ਇਹ ਕਹਾਣੀ ਹੈ ਬੂਟਾ ਸਿੰਘ ਦੀ। ਉਹ ਵਿਅਕਤੀ ਜਿਸ ਨੂੰ ਪਹਿਲਾਂ ਤਾਂ ਰੱਬ ਨੇ ਸਰੀਰਕ ਤੌਰ ਤੇ ਵਾਂਝਾ ਰੱਖਿਆ ਅਤੇ ਫਿਰ ਕਲੈਣੀ ਗਰੀਬੀ ਨਾਲ ਮੱਥਾ ਲੱਗ ਗਿਆ। ਪਰ ਸਦਕੇ ਜਾਈਏ ਇਸ ਦਲੇਰ ਦੇ ਜਿਸ ਨੇ ਇੰਨੀਆਂ ਔਂਕੜਾਂ ਨੂੰ ਵੀ ਰੱਬ ਦਾ ਭਾਣਾ ਮੰਨ ਕੇ ਹੰਡਾਇਆ। ਬੂਟਾ ਸਿੰਘ ਨੂੰ 7 ਸਾਲ ਦੀ ਉਮਰ ਦੇ ਵਿੱਚ ਗਲਤ ਟੀਕਾ ਲੱਗਣ ਕਾਰਨ ਪੋਲੀਓ ਦਾ ਸ਼ਿਕਾਰ ਹੋਣਾ ਪਿਆ। ਪੈਰ ਕੰਮ ਨਹੀਂ ਕਰਦੇ ਅਤੇ ਹੱਥਾਂ ਤੋਂ ਵੀ ਪੈਰਾਂ ਦਾ ਕੰਮ ਲੈਂਦਾ। ਪਰ ਅੱਜ ਤੱਕ ਬੂਟਾ ਸਿੰਘ ਨੇ ਹਾਰ ਨਹੀਂ ਮੰਨੀ। ਸੁਪਨੇ ਤਾਂ ਬੂਟਾ ਸਿੰਘ ਨੇ ਵੀ ਦੇਖੇ ਸੀ, ਪੜ੍ਹ ਲਿਖ ਕੇ ਚੰਗੀ ਨੌਕਰੀ ਲੱਗਣ ਦੇ, ਪਰ ਮਾੜੀਆਂ ਸਰਕਾਰਾਂ ਇਸ ਦੇ ਸੁਪਨਿਆਂ ਨੂੰ ਘੁਣ ਵਾਂਗ ਖਾ ਗਈਆਂ। ਇਹ ਇੰਟਰਵਿਊ ਮਹਿਜ਼ ਇੱਕ ਆਮ ਇੰਟਰਵਿਊ ਨਹੀਂ ਬਲਕਿ ਇੱਕ ਸਿੱਖਿਆ ਹੈ ਉਹਨਾਂ ਲਈ ਜੋ ਹੱਥਾਂ ਦੀਆਂ ਲਕੀਰਾਂ ਤੇ ਵਿਸ਼ਵਾਸ ਰੱਖਦੇ ਨੇ ਪਰ ਆਪਣੇ ਆਪ ਤੇ ਨਹੀਂ। ਪੜ੍ਹਿਆ ਲਿਖਿਆ ਹੋ ਕੇ ਗ੍ਰੈਜੂਏਟ ਹੋ ਕੇ ਕੰਪਿਊਟਰ ਦੀ ਮਹਾਰਤ ਰੱਖਣ ਵਾਲਾ ਬੰਦਾ ਖੇਤਾਂ ਦੇ ਵਿੱਚ ਧੱਕੇ ਖਾਂਦਾ ਜੀ। ਇਹ ਚੀਜ਼ ਦਾ ਅਸਰ ਮੇਰੀ ਬੇਟੀ ਤੇ ਬਹੁਤ ਜ਼ਿਆਦਾ ਪੈਂਦਾ ਹੈ। ਰੋਂਦੀ ਹੈ ਜੀ, ਰੋਂਦੀ ਹੈ। ਕੱਲ ਡਾਕਟਰ ਦੇ ਲੈ ਕੇ ਗਏ ਅੱਖਾਂ ਵਾਲੇ ਤੇ ਉਹਦੀ ਨਿਗਾਹ ਵੀ ਕਮਜ਼ੋਰ ਹੋ ਗਈ ਹੈ ਜੀ, ਐਨਕ ਲੱਗ ਗਈ ਜੀ ਉਹਦੇ ਕੱਲ। ਤੁਸੀਂ ਹੌਸਲਾ ਰੱਖੋ, ਹਿੰਮਤ ਰੱਖੋ। ਤੁਸੀਂ ਤਾਂ ਸਾਨੂੰ ਹਿੰਮਤ ਦੇ ਰਹੇ ਹੋ। ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਕਹਾਣੀ, ਆਪਣਾ ਸਫ਼ਰ ਸਾਡੇ ਤੱਕ ਪਹੁੰਚਾਇਆ, ਤੁਸੀਂ ਸਾਨੂੰ ਹਿੰਮਤ ਦੇ ਰਹੇ ਹੋ। ਸਾਡੇ ਹੱਥ ਪੈਰ ਸਲਾਮਤ ਨੇ, ਅਸੀਂ ਫਿਰ ਵੀ ਰੱਬ ਤੋਂ ਕਿੰਨੀਆਂ ਸ਼ਿਕਾਇਤਾਂ ਕਰਦੇ ਹਾਂ, ਤੁਸੀਂ ਫਿਰ ਵੀ ਕਹਿ ਰਹੇ ਹੋ ਕਿ ਰੱਬ ਤੋਂ ਸ਼ਿਕਾਇਤ ਨਹੀਂ ਹੈਗੀ, ਸਾਡੇ ਕਰਮਾਂ ਦਾ ਫਲ ਹੈ। ਇਸੇ ਤਰ੍ਹਾਂ ਹਿੰਮਤ, ਮਿਹਨਤ ਜਾਰੀ ਰੱਖੋ, ਹਿੰਮਤ ਰੱਖੋ, ਸਟਰੋਂਗ ਬਣੋ। ਥੋੜਾ ਬੱਚਿਆਂ ਨੂੰ ਤੁਸੀਂ ਇਸੇ ਤਰੀਕੇ ਦੇ ਨਾਲ ਦਲੇਰ ਬਣਾਉਣਾ। ਨਹੀਂ, ਜਦੋਂ ਬੱਚਿਆਂ ਦੀ ਗੱਲ ਆ ਜਾਂਦੀ ਉਦੋਂ ਮਾੜਾ ਜਿਹਾ ਦਿਲ ਭਾਵੁਕ ਹੋ ਜਾਂਦਾ। ਨਹੀਂ, ਐਡਾ ਮੈਨੂੰ ਇਹਦਾ ਕੋਈ ਨਹੀਂ ਗਾ ਜੀ। ਇਹ ਤਾਂ ਜਿੱਦੋਂ ਤੱਕ ਮੇਰੇ ਸਾਹ ਚੱਲਦੇ ਜੀ ਮੈਂ ਆਪਦੀ ਮਿਹਨਤ ਮਜ਼ਦੂਰੀ ਕਰਕੇ ਆਪਦੇ ਪਰਿਵਾਰ ਨੂੰ ਚਲਾਊਂਗਾ ਜੀ। ਜਦੋਂ ਤੱਕ ਮੈਂ ਜਿਉਣਾ ਮੈਂ ਮਿਹਨਤ ਕਰਨੀ ਨਹੀਂ ਛੱਡਦਾ ਜੀ। ਇਹਨਾਂ ਦੀਆਂ ਮਿਹਨਤਾਂ ਤਰਲੇ ਤਾਂ ਮੈਥੋਂ ਹੋਣੇ ਨਹੀਂ ਜੀ। ਨਾ ਮੈਂ ਇਹਨਾਂ ਨੂੰ ਮਿਹਨਤਾਂ ਤਰਲੇ ਕਰਨੇ ਆ, ਨਾ ਇਹਨਾਂ ਮੂਹਰੇ ਮੈਂ ਆਪਦੇ ਹੱਥ ਅੱਡਣੇ ਆ। ਖੁਸ਼ਕਿਸਮਤ ਹੋ ਇਸ ਗੱਲ ਨੂੰ ਲੈ ਕੇ ਕਿ ਜਿਹੜੀ ਜੀਵਨ ਸਾਥੀ ਹੈ ਤੁਹਾਡੀ, ਤੁਹਾਡੇ ਨਾਲ ਬੈਠੀ ਹੈ, ਤੁਹਾਡੇ ਨਾਲ। ਕਈ ਵਾਰ ਤਾਂ ਇਹ ਜਿਹਾ ਟਾਈਮ ਵੀ ਆ ਜਾਂਦਾ ਸੀਗਾ ਵੀ ਅਸੀਂ ਨੂਣ ਮਿਰਚਾਂ ਨਾਲ ਵੀ ਰੋਟੀ ਖਾ ਕੇ ਪੈਂਦੇ ਰਹੇ ਆ। ਬੱਚਿਆਂ ਦੀ ਪੜ੍ਹਾਈ ਕਿਵੇਂ ਕੱਢ ਰਹੇ ਹੋ ਖਰਚੇ? ਜਿਹੜਾ ਤੁਸੀਂ ਕੰਮ ਕਰ ਰਹੇ ਹੋ ਇਹਦੇ ਨਾਲ ਖਰਚੇ ਨਿਕਲਦੇ? ਜਿਹੜਾ ਕੰਮ ਕਰ ਰਹੇ ਹੋ ਔਖਾ ਨਹੀਂ ਲੱਗਦਾ ਤੁਹਾਨੂੰ? ਮੈਂ ਦੇਖਿਆ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਉੱਥੋਂ ਇੱਥੇ ਆਉਣ ਤੱਕ। ਬਸ ਆਪਣੇ ਬੱਚਿਆਂ ਦੀ ਖਾਤਰ, ਆਪਣੇ ਪਰਿਵਾਰ ਦੀ ਖਾਤਰ ਕਰਨਾ ਪੈਂਦਾ ਜੀ। ਮਜਬੂਰੀ ਹੈ ਜੀ, ਹੋਰ ਕਰਨ ਨੂੰ ਕੋਈ ਦਿਲ ਨਹੀਂ ਕਰਦਾ ਜੀ। ਬਹੁਤ ਜ਼ਿਆਦਾ ਔਖਾ ਬਾਣ ਵਿੱਚ ਰੁੜ ਕੇ ਆਉਣਾ ਜੀ, ਰੁੜ ਕੇ ਜਾਣਾ। ਮੈਂ ਚਾਹੁੰਦਾ ਜੀ ਜਿੱਦਾਂ ਮੈਂ ਆਪਦੀ ਗੁਰਬਤ ਦੀ ਜ਼ਿੰਦਗੀ ਚਾਹੁੰਦਾ ਵੀ ਮੇਰੇ ਆਪਣੇ ਬੱਚਿਆਂ ਨੂੰ ਮੈਂ ਵਧੀਆ ਜ਼ਿੰਦਗੀ ਦੇ ਸਕਾਂ, ਉਹਨਾਂ ਨੂੰ ਪੜ੍ਹਾ ਸਕਾਂ। ਆਪ ਤਾਂ +2 ਪਾਸ ਆ, ਪਰ ਮੈਂ ਉਹਨਾਂ ਨੂੰ +2 ਪਾਸ ਨਹੀਂ ਰੱਖਣਾ ਚਾਹੁੰਦਾ। ਮੈਂ ਉਹਨਾਂ ਨੂੰ ਕਿਸੇ ਕਾਬਲ ਬਣਾਉਣਾ ਚਾਹੁੰਦਾ ਵੀ ਮੈਂ ਸਰਕਾਰਾਂ ਨੂੰ ਦਿਖਾਊਂਗਾ ਵੀ ਤੁਸੀਂ ਤਾਂ ਮੇਰੀ ਨਹੀਂ ਸੁਣੀ। ਮੈਂ ਆਪਦੇ ਬਲਬੂਤੇ ਤੇ ਆਪਦੀ ਮਿਹਨਤ ਦੀ ਕਮਾਈ ਕਰਕੇ ਅੱਜ ਆਪਣੇ ਬੱਚਿਆਂ ਨੂੰ ਪੈਰਾਂ ਸਿਰ ਖੜਾ ਕੀਤਾ। ਸਾਰਾ ਜ਼ੋਰ ਮੇਰੀ ਆਪਣੀ ਬੇਟੀ ਦੀ ਪੜ੍ਹਾਈ ਤੇ ਲੱਗਿਆ ਵਾ ਜੀ। ਮੈਂ ਜਿੰਨਾ ਹੋ ਸਕਿਆ ਜੀ, ਭਾਵੇਂ ਮੈਨੂੰ ਕੁਛ ਵੀ ਕਰਨਾ ਪੈ ਜਾਏ ਆਪਣੀ ਬੇਟੀ ਲਈ, ਘਰ-ਬਾਰ ਤੱਕ ਵੀ ਵੇਚਣਾ ਪੈ ਜਾਏ, ਤੇ ਮੈਂ ਉਹਨੂੰ ਪੜ੍ਹਾਊਂਗਾ ਜੀ। ਸਿਰਫ ਮੈਂ ਆਪਣੀ ਬੇਟੀ ਨੂੰ ਪੜ੍ਹਾਉਣਾ, ਉਹਨੂੰ ਇੰਨੇ ਕੁ ਕਾਬਲ ਬਣਾਉਣਾ ਵੀ ਸਾਡੇ ਜਿਹੜੇ ਆ ਦੁੱਖ ਤਕਲੀਫਾਂ ਅਸੀਂ ਭੁੱਲ ਜਾਈਏ। ਜਦੋਂ ਤੱਕ ਡੈਡੀ ਚਾਹੁੰਦੇ ਸੀਗੇ ਜੀ ਉਦੋਂ ਤੱਕ ਮੈਨੂੰ ਕਿਸੇ ਤਰ੍ਹਾਂ ਦਾ ਫਿਕਰ ਫਾਕਾ ਨਹੀਂ। ਉਹ ਬਾਜ਼ਾਰ ਦੇ ਵਿੱਚ ਰਕਸ਼ਾ ਚਲਾਉਂਦੇ ਸੀ, ਭਾਅ ਢੋਂਦੇ ਹੁੰਦੇ ਸੀ, ਤੇ ਉਹ 200-300 ਰੁਪਈਆ 400 ਰੁਪਈਆ ਬਣ ਜਾਂਦਾ ਸੀ। ਉਹਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਵਧੀਆ ਚੱਲੀ ਜਾਂਦਾ ਸੀਗਾ ਜੀ। ਹੁਣ ਮੇਰਾ ਕੋਈ ਪਿਛਲੇ ਜਨਮ ਦਾ ਕੋਈ ਮਾੜਾ ਕਰਮ ਕੀਤਾ ਵਾ, ਜਿਹੜੀ ਮੈਨੂੰ ਇਹ ਜ਼ਿੰਦਗੀ ਮਿਲੀ ਆ, ਪਰਮਾਤਮਾ ਨੂੰ ਤਾਂ ਮੈਂ ਸ਼ਿਕਾਇਤ ਨਹੀਂ ਕਰਦਾ। ਇਹ ਘਰਾਂ ਦੇ ਵਿੱਚ ਮਿਹਨਤ ਮਜ਼ਦੂਰੀ ਕਰਦੀਆਂ ਜੀ ਦੋਨੇ ਜਣੀਆਂ।
ਤੇ ਜਿੱਦਾਂ ਕਿਸੇ ਦੇ ਘਰੇ ਸਫਾਈ ਦਾ ਕੰਮ ਆ ਜਾਂ ਰੋਟੀ ਬਣਾਉਣੀ ਆ, ਉੱਦਾਂ ਦੇ ਕੰਮ ਕਰਕੇ ਅਸੀਂ ਆਪਦਾ ਘਰ ਦਾ ਗੁਜ਼ਾਰਾ ਚਲਾ ਲੈਂਦੇ ਹਾਂ। ਲੋਕਾਂ ਦੇ ਘਰ ਭਾਂਡੇ ਜਦੋਂ ਮਾਂਜਣੇ ਪੈਂਦੇ ਉਦੋਂ ਰੱਬ ਤੋਂ ਜ਼ਿਆਦਾ ਸ਼ਿਕਾਇਤ ਕਰਦੇ ਹੋ ਜਾਂ ਫਿਰ ਸਰਕਾਰਾਂ ਤੋਂ ਜ਼ਿਆਦਾ? ਮੈਂ ਨਹੀਂ ਇਹ ਗੱਲ ਨੂੰ ਮੰਨਦਾ ਜੀ। ਇਹਨਾਂ ਨੇ ਰੋਡਾਂ ਉੱਤੇ ਵੱਡੇ ਵੱਡੇ ਪੋਸਟਰ ਲਾਏ ਆ, ਪਹਿਲਾਂ ਵੀ ਮੈਂ ਦੇਖਦਾ ਪੜ੍ਹਦਾ, ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ, ਪਰ ਸਾਡਾ ਮਸਲਾ ਹਾਲੇ ਤੱਕ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਜੀ। ਭਾਜੀ ਇੱਥੇ ਤਾਂ ਕਾਂਗਰਸੀ ਉਮੀਦਵਾਰ ਸੋਨੂ ਸੂਦ ਦੀ ਭੈਣ ਹੈ ਮਾਲਵਿਕਾ ਸੂਦ, ਉਹਨਾਂ ਨੇ ਵੀ ਕਦੀ ਤੁਹਾਡੇ ਨਾਲ ਕੋਈ ਮੁਲਾਕਾਤ ਜਾਂ ਤੁਸੀਂ ਉਹਨਾਂ ਤੱਕ ਕੋਈ ਪਹੁੰਚ ਕੀਤੀ ਹੋਏ? ਨਹੀਂ ਜੀ, ਮੈਂ ਉਹਨਾਂ ਨੂੰ ਖੁਦ ਤਾਂ ਐਡੀ ਮੇਰੀ ਹੈ ਨਹੀਂ ਜੀ ਪਹੁੰਚ ਵੀ ਮੈਂ ਉਹਨਾਂ ਤੱਕ ਪਹੁੰਚ ਕਰ ਸਕਾਂ। ਤੇ ਮੇਰੇ ਕੋਲ ਤਾਂ ਇੱਕ ਜਰੀਆ ਸੋਸ਼ਲ ਮੀਡੀਆ ਹੀ ਹੈ, ਉਹਦੇ ਜਰੀਏ ਮੈਂ ਉਹਨਾਂ ਨੂੰ, ਉਹਨਾਂ ਦਾ ਜਿਹੜਾ ਇਹ ਬਣਾਇਆ ਹੋਇਆ ਇੱਕ ਚੱਲਦਾ ਹੈਗਾ NGO ਚੱਲਦੀ ਆ, ਉਹਨਾਂ ਦੀਆਂ ਵੀਡੀਓ ਮੈਂ ਦੇਖ ਕੇ ਤੇ ਉਹਨਾਂ ਨੂੰ ਮੈਸੇਂਜਰ ਦੇ ਉੱਤੇ ਆਪਣੀਆਂ ਬੇਨਤੀਆਂ ਜਾਂ ਵੀਡੀਓ ਮੈਂ ਭੇਜੀਆਂ ਸੀਗੀਆਂ, ਤੇ ਬਸ ਉਦੋਂ ਉਹਨਾਂ ਦਾ ਕੋਈ ਮੈਨੂੰ ਜਵਾਬ ਨਹੀਂ ਆਇਆ ਜੀ, ਕੋਈ ਕਿਸੇ ਤਰ੍ਹਾਂ ਦੀ ਉਹਨਾਂ ਨੇ ਮੇਰੀ ਕੋਈ ਸਹਾਇਤਾ ਨਹੀਂ ਕੀਤੀ। ਸੋਨੂ ਸੂਦ ਤੱਕ ਸੋਨੂ ਸੂਦ ਦੀਆਂ ਜਦੋਂ ਵੀਡੀਓ ਆਉਂਦੀਆਂ ਸੀ, ਜਦੋਂ ਉਹਨਾਂ ਨੇ ਰਿਕਸ਼ਾ ਵੰਡੇ ਆ ਮੋਗੇ, ਉਦੋਂ ਮੈਂ ਉਹਨਾਂ ਨੂੰ ਆਪਣੀਆਂ ਵੀਡੀਓ ਮਤਲਬ ਪਾਈਆਂ ਸੀਗੀਆਂ ਉਹਨਾਂ ਦੇ ਮੈਸੇਂਜਰ ਤੇ ਨਹੀਂ ਕਿਸੇ ਦਾ ਮੈਨੂੰ ਕੋਈ ਜਵਾਬ ਨਹੀਂ ਆਇਆ ਜੀ। ਹਰਜੋਤ ਕਮਲ ਕਾਫੀ ਸਮਾਂ ਇੱਥੇ ਸਿਆਸਤ ਦੇ ਵਿੱਚ ਨਾਮ ਹੈ, ਮੋਗਾ ਤੋਂ ਖਾਸ ਤੌਰ ਤੇ ਜੇਕਰ ਗੱਲ ਕਰੀਏ, ਹਾਲਾਂਕਿ ਹੁਣ ਕਾਂਗਰਸ ਛੱਡ ਚੁੱਕੇ ਨੇ, ਬੀਜੇਪੀ ਦੇ ਵਿੱਚ ਨੇ, ਪਹਿਲਾਂ ਕਾਂਗਰਸ ਦੇ ਵਿੱਚ ਹੀ ਸੀਗੇ ਉਹ। ਉਹਨਾਂ ਨੇ ਵੀ ਕਦੀ ਸਾਡੇ ਨਾਲ ਤੁਹਾਡਾ ਕਦੀ ਉਹਨਾਂ ਨਾਲ ਵੀ ਰਾਬਤਾ ਨਹੀਂ ਹੋਇਆ? ਨਹੀਂ। ਇਹਨਾਂ ਦੇ ਮੂਹਰੇ ਤਾਂ ਮੈਂ ਹੱਥ ਅੱਡ ਕੇ ਬੈਠੂੰਗਾ ਤਾਂ ਮੇਰਾ ਪਰਿਵਾਰ ਭੁੱਖਾ ਮਰੂਗਾ ਜੀ। ਤੇ ਜੇ ਮੈਂ ਹੀ ਇਹਨਾਂ ਮਗਰ ਤੁਰਿਆ ਫਿਰਦਾ ਰਿਹਾ ਜੀ, ਇਹਨਾਂ ਦੇ ਥਾਂ ਠੁਕਰਾਂ ਖਾਂਦਾ, ਤੇ ਮੇਰੇ ਬੱਚੇ ਖਾਣਗੇ ਕਿੱਥੋਂ ਜੀ? ਅੰਗਹੀਣ ਵਰਗ ਨੂੰ ਤਾਂ ਪੰਜਾਬ ਦਾ ਹਿੱਸਾ ਹੀ ਨਹੀਂ ਮੰਨਿਆ ਜਾਂਦਾ ਜੀ। ਸਾਨੂੰ ਤਾਂ ਕਿਸੇ ਮਤਲਬ ਕਿਸੇ ਪਾਸੇ ਇਹਨਾਂ ਨੇ ਮੰਨਿਆ ਨਹੀਂ। ਸਾਡੀ ਤਾਂ ਕੋਈ, ਇਹਨਾਂ ਲਈ ਤਾਂ ਸਾਡੀ ਵੋਟ ਦੀ ਕੋਈ ਅਹਿਮੀਅਤ ਨਹੀਂ ਗੀ ਜੀ। ਜਿਹੜੀ ਵੀ ਸਰਕਾਰ ਆਉਂਦੀ ਸੀ ਜੀ, ਹਰ ਵਾਰ ਵਾਅਦੇ ਤਾਂ ਕਰਦੇ ਆ ਪਰ ਪੂਰਾ ਕੋਈ ਨਹੀਂ ਕਰਦਾ ਜੀ। ਕਈ ਤਾਂ ਵਿਚਾਰੇ ਬੈੱਡ ਤੇ ਪਏ ਆ ਜੀ, ਉਹਨਾਂ ਨੂੰ ਤਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਹੀ ਨਹੀਂ ਜੀ, ਪਏ ਆ ਵਿਚਾਰੇ ਸੜੀ ਜਾਂਦੇ ਆ। ਆਮ ਲੋਕਾਂ ਦੇ ਮੁੱਖ ਮੰਤਰੀ ਨੇ ਕਦੇ ਪਹੁੰਚ ਨਹੀਂ ਕੀਤੀ ਤੁਹਾਡੀ? ਨਹੀਂ ਜੀ, ਮੈਂ ਤਾਂ ਉਹਨਾਂ ਦੇ ਮਗਰ ਗਿਆ ਜੀ। ਬਾਘੇ ਪੁਰਾਣੇ ਵੀ ਆਏ ਸੀਗੇ, ਉਹ ਰੈਲੀ ਸੀਗੀ ਬਾਘੇ ਪੁਰਾਣੇ ਵੀ ਮੈਂ ਗਿਆ ਜੀ ਆਪਣਾ ਮੰਗ ਪੱਤਰ ਲੈ ਕੇ। ਪਰ ਨਹੀਂ ਜੀ, ਉਹਨਾਂ ਦੀ ਸਿਕਿਉਰਿਟੀ ਨੇ ਮੈਨੂੰ ਅੱਗੇ ਨਹੀਂ ਜਾਣ ਦਿੱਤਾ ਗਾ। ਨਹੀਂ ਤਾਂ ਅਦਰਵਾਈਜ਼ ਪੰਜਾਬ ਦੇ ਵਿੱਚ ਬਹੁਤ ਸਾਰੇ ਗੁਰਦੁਆਰਾ ਸਾਹਿਬ ਆ ਜੀ, ਮੈਂ ਜਿੱਥੇ ਮਰਜ਼ੀ ਬਹਿ ਕੇ ਰੋਟੀ ਖਾ ਸਕਦਾ ਜੀ। ਪਰ ਨਹੀਂ, ਮੈਂ ਮਿਹਨਤ ਕਰਕੇ ਆਪਣੀ ਰੋਟੀ ਕਮਾ ਕੇ ਉਹਨਾਂ ਨੂੰ ਮਿਹਨਤ ਦੀ ਕਮਾਈ ਨਾਲ ਪੜ੍ਹਾਊਂਗਾ, ਤਾਂ ਜੋ ਆਪਣੀ ਜ਼ਿੰਦਗੀ ਵਿੱਚ ਕੁਛ ਨਾ ਕੁਛ ਜ਼ਰੂਰ ਬਣ ਸਕਣ। ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਆ, ਮੈਂ ਫ੍ਰੀ ਆਫ ਕੋਸਟ ਜਦੋਂ ਘਰੇ ਵਿਹਲਾ ਹੁੰਦਾ ਸੀ ਉਹਨਾਂ ਨੂੰ ਪੜ੍ਹਾਉਂਦਾ ਸੀਗਾ ਜੀ, 2 ਘੰਟੇ 4 ਵਜੇ ਤੋਂ ਲੈ ਕੇ 6 ਵਜੇ ਤੱਕ। ਜਿਹੜੇ ਆਸ-ਪਾਸ ਦੇ ਬੱਚੇ ਉਹਨਾਂ ਨੂੰ ਵੀ ਪੜ੍ਹਾਉਣਾ, ਇਹਨਾਂ ਨਾਲ ਮੇਰੇ ਬੱਚੇ ਵੀ ਨਾਲ ਪੜ੍ਹਦੇ ਆ ਜੀ। ਹਾਂਜੀ, ਮੁਫ਼ਤ ਪੜ੍ਹਾਉਣਾ ਜੀ ਮੈਂ। ਇਹ ਤਾਂ ਬਈ ਤੂੰ ਤਾਂ ਰੱਬ ਹੀ ਹੈ, ਫਿਰ ਰੱਬ ਦਾ ਦੂਜਾ ਰੂਪ ਹੀ ਹੋ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜੀ ਬੂਟਾ ਸਿੰਘ ਹੈ ਜੀ ਮੇਰਾ ਨਾਮ ਜੀ। ਇਹ ਕਿੱਦਾਂ ਤੁਹਾਨੂੰ ਹੋਈ ਹੈ? ਇਹ ਜੀ ਮੈਡਮ, ਮੈਨੂੰ 7 ਸਾਲ ਦੀ ਉਮਰ ਦੇ ਵਿੱਚ ਨਾ ਮੇਰੇ ਬੁਖਾਰ ਦੇ ਵਿੱਚ ਇੰਜੈਕਸ਼ਨ ਲੱਗ ਗਿਆ ਸੀਗਾ, ਉਹਦੇ ਨਾਲ ਮੈਨੂੰ ਪੋਲੀਓ ਦੀ ਬਿਮਾਰੀ ਹੋ ਗਈ ਸੀ। ਮੈਂ ਉਦੋਂ 7 ਸਾਲ ਦਾ ਸੀਗਾ ਜੀ। ਤੁਹਾਡੀ ਧਰਮ ਪਤਨੀ ਵੀ? ਹਾਂਜੀ, ਇਹਨਾਂ ਦੀ ਰੀੜ੍ਹ ਦੀ ਹੱਡੀ ਤੇ ਮਣ ਕੇ ਬੈਠੇ ਪਿਆ। ਬਚਪਨ ਦੇ ਵਿੱਚ ਇਹਨਾਂ ਦੇ ਸੱਟ ਲੱਗ ਗਈ ਸੀ ਦਰਖਤ ਤੋਂ ਡਿੱਗਣ ਕਾਰਨ, ਉਹਦੇ ਕਾਰਨ ਇਹਨਾਂ ਦੀ ਰੀੜ੍ਹ ਦੀ ਹੱਡੀ ਤੇ ਮਣ ਕੇ ਬੈਠੇ ਪਿਆ ਜੀ। ਉਹਦਾ ਕਰਕੇ ਇਹ ਜ਼ਿਆਦਾ ਚੱਲ ਫਿਰ ਨਹੀਂ ਸਕਦੇ ਕਿ ਕੋਈ ਹਲਕਾ ਫੁਲਕਾ ਕੰਮ ਉਹ ਕਰ ਸਕਦੇ ਜੀ। ਪਰਿਵਾਰ 'ਚ ਕਿੰਨੇ ਜੀ ਹੋ ਤੁਸੀਂ? ਪਰਿਵਾਰ ਵਿੱਚ ਜੀ ਮੈਂ ਆ, 3 ਮੇਰੇ ਬੱਚੇ ਆ, ਮੇਰੀ ਵਾਈਫ ਆ ਜੀ, ਤੇ ਮੇਰੇ ਡੈਡੀ ਦੀ 2010 ਦੇ ਵਿੱਚ ਸ਼ੂਗਰ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਤੇ ਮੇਰੇ ਕੋਲ ਭੈਣ ਭਰਾ ਹੈ ਨਹੀਂ ਜੀ, ਮੈਂ ਇਕੱਲਾ ਹੀ ਹਾਂ ਘਰ ਦੇ ਵਿੱਚ ਜੀ, ਇਕੱਲਾ ਹੀ ਹਾਂ ਮੈਂ। ਆਪਣਾ ਪਰਿਵਾਰ, ਉਹਨਾਂ ਦੀ ਰੋਟੀ ਪਾਣੀ, ਬੱਚਿਆਂ ਦੀ ਪੜ੍ਹਾਈ, ਕਿੱਦਾਂ ਖਰਚਾ ਸਾਰਾ ਕੱਢ ਰਹੇ ਹੋ? ਇਹ ਜਿਹੜੀ ਮਿਹਨਤ ਮਜ਼ਦੂਰੀ ਤੁਸੀਂ ਕਰ ਰਹੇ ਹੋ, ਕਦੋਂ ਤੋਂ ਕਰ ਰਹੇ ਹੋ? ਇਹ ਮਿਹਨਤ ਮਜ਼ਦੂਰੀ ਜੀ 2010 ਦੇ ਵਿੱਚ ਪਹਿਲਾਂ ਮੇਰੇ ਡੈਡੀ ਸੀਗੇ, ਉਹ ਕਰ ਲੈਂਦੇ ਸੀ, ਚਲੋ ਸਾਡਾ ਘਰ ਚੱਲਦਾ ਸੀਗਾ ਜੀ। ਜ਼ਿਆਦਾ ਮੈਨੂੰ ਮੁਸ਼ਕਿਲ ਉਹਨਾਂ ਦੀ ਮੌਤ ਤੋਂ ਬਾਅਦ ਹੋਈ ਹੈ ਜੀ। ਉਹਨਾਂ ਦੀ ਮੌਤ ਤੋਂ ਬਾਅਦ ਮੇਰੀ ਮੰਮੀ ਆ, ਮੇਰੀ ਵਾਈਫ ਆ, ਅਸੀਂ ਖੇਤਾਂ ਦੇ ਵਿੱਚ ਮਜ਼ਦੂਰੀ ਕਰਕੇ ਆਪਦੇ ਘਰ ਦਾ ਗੁਜ਼ਾਰਾ ਚਲਾਉਣਾ ਜੀ, ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਆ ਜੀ। ਤੇ ਉਹਦੇ ਵਿੱਚ ਇੱਦਾਂ ਜੀ, ਅਸੀਂ ਜਦੋਂ ਹਾੜੀ ਸੋਣੀ ਹੁੰਦੀ, ਮਤਲਬ ਖੇਤਾਂ ਦੇ ਵਿੱਚ ਕੰਮ ਹੁੰਦਾ, ਜਿੱਦਾਂ ਝੋਨੇ ਦਾ ਹੋ ਗਿਆ ਜਾਂ ਆਲੂਆਂ ਦੀ ਚੁਗਾਈ ਹੋ ਗਈ, ਉਦੋਂ ਅਸੀਂ ਖੇਤਾਂ ਦੇ ਵਿੱਚ ਕੰਮ ਕਰਦੇ ਹਾਂ। ਬਾਅਦ ਦੇ ਵਿੱਚ ਹੀ ਅਸੀਂ ਜਿੱਦਾਂ ਮੈਂ ਤਾਂ ਨਹੀਂ ਜਾਂਦਾ ਘਰਾਂ ਦੇ ਵਿੱਚ, ਇਹ ਘਰਾਂ ਦੇ ਵਿੱਚ ਮਿਹਨਤ ਮਜ਼ਦੂਰੀ ਕਰਦੀਆਂ ਜੀ ਦੋਨੇ ਜਣੀਆਂ। ਤੇ ਜਿੱਦਾਂ ਕਿਸੇ ਦੇ ਘਰੇ ਸਫਾਈ ਦਾ ਕੰਮ ਆ ਜਾਂ ਰੋਟੀ ਬਣਾਉਣੀ ਆ, ਉੱਦਾਂ ਦੇ ਕੰਮ ਕਰਕੇ ਅਸੀਂ ਆਪਦਾ ਘਰ ਦਾ ਗੁਜ਼ਾਰਾ ਚਲਾ ਲੈਂਦੇ ਹਾਂ ਜੀ।
ਲੋਕਾਂ ਦੇ ਘਰ ਭਾਂਡੇ ਜਦੋਂ ਮਾਂਜਣੇ ਪੈਂਦੇ ਉਦੋਂ ਰੱਬ ਤੋਂ ਜ਼ਿਆਦਾ ਸ਼ਿਕਾਇਤ ਕਰਦੇ ਹੋ ਜਾਂ ਫਿਰ ਸਰਕਾਰਾਂ ਤੋਂ ਜ਼ਿਆਦਾ ਸ਼ਿਕਾਇਤ? ਦੇਖੋ ਜੀ, ਆਪਾਂ ਤਾਂ ਰੱਬ ਤੋਂ ਹੀ ਜ਼ਿਆਦਾ ਸ਼ਿਕਾਇਤ ਕਰਦੇ ਹਾਂ ਕਿ ਸਰਕਾਰਾਂ ਤੋਂ ਤਾਂ ਕੋਈ, ਬਸ ਤੁਹਾਨੂੰ ਪਤਾ ਹੀ ਹੈ, ਸਰਕਾਰਾਂ ਤਾਂ ਕੁਝ ਨਹੀਂ ਕਰ ਸਕਦੀਆਂ ਜੀ ਸਾਡੇ ਲਈ। ਹੁੰਦੀ ਹੈ ਸਰਕਾਰਾਂ ਤੋਂ ਸ਼ਿਕਾਇਤ? ਹੁੰਦੀ ਹੈ ਹਾਂਜੀ, ਸਰਕਾਰਾਂ ਤੋਂ ਸ਼ਿਕਾਇਤ ਹੁੰਦੀ ਹੈ ਜੀ। ਜਿੱਦਾਂ ਹੁਣ ਇਹ ਕਹਿ ਰਹੇ ਜੀ ਘਰ ਘਰ ਵੀ ਨੌਕਰੀ ਦਾ ਪ੍ਰਬੰਧ ਕੀਤਾ ਜੀ, ਪਰ ਤੁਸੀਂ ਅੱਜ ਦੇਖ ਹੀ ਰਹੋ ਜੀ, ਮੈਂ +2 ਪਾਸ ਹਾਂ ਜੀ, ਕੰਪਿਊਟਰ ਦਾ ਡਾਟਾ ਐਂਟਰੀ ਆਪਰੇਟਰ ਦਾ ਮੇਰਾ ਕੋਰਸ ਕੀਤਾ ਵਾ ਜੀ, ਤੇ ਮੈਨੂੰ ਹਾਲੇ ਤੱਕ ਕੋਈ ਸਰਕਾਰੀ ਜਾਂ ਪ੍ਰਾਈਵੇਟ ਕੋਈ ਨੌਕਰੀ ਨਹੀਂ ਮਿਲੀ। ਮੈਂ ਬਹੁਤ ਜਗ੍ਹਾ ਤੇ ਗਿਆ ਜੀ, ਮੈਂ ਇਹਨਾਂ ਦੇ ਤਰਲੇ ਮਿਹਨਤ ਕੀਤੇ ਜੀ। ਸੋਸ਼ਲ ਮੀਡੀਆ ਦੇ ਜ਼ਰੀਏ ਜੀ ਮੈਂ ਹਰ ਤਰੀਕੇ ਨਾਲ WhatsApp, Facebook, ਮੈਸੇਂਜਰ, ਟਵਿੱਟਰ, ਜੀਮੇਲ ਰਾਹੀਂ ਇਹਨਾਂ ਨੂੰ ਆਪਣੀਆਂ ਬੇਨਤੀਆਂ ਭੇਜੀਆਂ ਵੀ ਮੈਨੂੰ ਮੇਰੀ ਯੋਗਤਾ ਦੇ ਅਨੁਸਾਰ ਕੋਈ ਪ੍ਰਾਈਵੇਟ ਜਿੱਦਾਂ DC ਰੇਟ 'ਤੇ ਕੰਟਰੈਕਟ ਬੇਸ 'ਤੇ ਮੈਨੂੰ ਕੋਈ ਉਹਨਾਂ ਦੀ ਨੌਕਰੀ ਮੈਨੂੰ ਦੇ ਦਿਓ ਵੀ ਜਿਹਦੇ ਨਾਲ ਮੈਂ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕਾਂ, ਆਪਣੇ ਬੱਚਿਆਂ ਨੂੰ ਪੜ੍ਹਾ ਸਕਾਂ। ਪਰ ਹਾਲੇ ਤੱਕ ਇਹਨਾਂ ਨੇ ਮੇਰੀ ਕਿਸੇ ਤਰ੍ਹਾਂ ਦੀ ਕੋਈ ਸਹਾਇਤਾ ਨਹੀਂ ਕੀਤੀ, ਕਿਸੇ ਪਾਰਟੀ ਜਾਂ ਨੇਤਾ ਨੇ ਕਿਸੇ ਤਰ੍ਹਾਂ ਦੀ ਮੇਰੀ ਸਹਾਇਤਾ ਨਹੀਂ ਕੀਤੀ ਜੀ। ਘਰ ਘਰ ਨੌਕਰੀ ਦਾ ਜਿਹੜਾ ਇਹ ਸ਼ੋਸ਼ਾ ਸੀਗਾ, ਇਹ ਨੌਕਰੀਆਂ ਤਾਂ ਮਿਲੀਆਂ ਨੇ, ਘਰ ਘਰ ਨੌਕਰੀਆਂ ਹੈਗੀਆਂ ਨੇ, ਪਰ ਲੀਡਰਾਂ ਦੇ, ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰ। ਹਾਂਜੀ, ਤੁਸੀਂ ਦੇਖ ਰਹੇ ਹੋ ਜੀ, ਮੇਰੇ ਵਰਗਾ ਆਮ ਬੰਦਾ ਜੀ, ਇੱਕ SC ਫੈਮਿਲੀ ਨਾਲ ਸੰਬੰਧਿਤ ਬੰਦਾ ਜੀ, ਜਿਹਦੇ ਘਰੇ ਕੋਈ ਨਹੀਂ ਕਮਾਉਣ ਵਾਲਾ, ਤੇ ਉਹਦੇ ਤੁਸੀਂ ਦੇਖ ਲਓ ਜਿਹੜੀ ਨੌਕਰੀ ਹੁਣ ਕਹਿੰਦੇ ਇਹ ਦਾਅਵਾ ਕਰਦੇ ਜੀ, ਤੁਹਾਡੇ ਸਾਹਮਣੇ ਹੀ ਹੈ ਜੀ, ਆ ਤੁਸੀਂ ਦੇਖ ਹੀ ਰਹੇ ਹੋ ਜੀ। ਤੇ ਮੈਂ ਨਹੀਂ ਇਹ ਗੱਲ ਨੂੰ ਮੰਨਦਾ ਜੀ, ਇਹਨਾਂ ਨੇ ਰੋਡਾਂ ਉੱਤੇ ਵੱਡੇ ਵੱਡੇ ਪੋਸਟਰ ਲਾਏ ਆ, ਪਹਿਲਾਂ ਵੀ ਮੈਂ ਦੇਖਦਾ ਪੜ੍ਹਦਾ, ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ, ਪਰ ਸਾਡਾ ਮਸਲਾ ਹਾਲੇ ਤੱਕ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਜੀ। ਕਿਸੇ ਨੇ ਕੋਈ ਪੜ੍ਹਾਈ ਕਿਵੇਂ ਕੱਢ ਰਹੇ ਹੋ ਖਰਚੇ? ਜਿਹੜਾ ਤੁਸੀਂ ਕੰਮ ਕਰ ਰਹੇ ਹੋ ਇਹਦੇ ਨਾਲ ਖਰਚੇ ਨਿਕਲ ਜਾਂਦੇ? ਨਹੀਂ ਜੀ, ਫਿਲਹਾਲ 1500 ਰੁਪਇਆ ਪੈਨਸ਼ਨ ਆ ਜੀ, ਤੁਸੀਂ ਉਹ ਦੇਖ ਲਓ ਜੀ। 940 ਦਾ ਸਿਲੰਡਰ ਸੀ ਪਹਿਲਾਂ, ਹੁਣ ਤਾਂ ਹੋਰ ਵਧਣ ਵਾਲਾ ਜੀ, ਤੇ ਉਹਦੇ ਵਿੱਚੋਂ ਸਿਲੰਡਰ ਵੀ ਭਰਾਉਣਾ। ਬੱਚੇ ਸਰਕਾਰੀ ਸਕੂਲ ਪੜ੍ਹਦੇ ਆ ਜੀ, ਤੇ ਬਸ ਆਈ ਜਿੱਦਾਂ ਵੀ ਹੈਗਾ, ਪਰ ਗੁਰਬਤ ਦੀ ਜ਼ਿੰਦਗੀ ਜਿਉ ਰਹੇ ਆ ਜੀ। ਬਸ ਹੋਰ ਤਾਂ ਕੋਈ ਕਮਾਈ ਦਾ ਸਰੋਤ ਨਹੀਂ ਸਾਡਾ, ਬਸ ਇੱਕ ਪੈਨਸ਼ਨ ਆ, ਦੂਜੀ ਹੈ ਮਿਹਨਤ ਮਜ਼ਦੂਰੀ ਜਿਹੜੀ ਕਰ ਲੈਂਦੇ ਇਹੀ ਹੈ ਜੀ। ਇਹ ਜਿਹੜਾ ਕੰਮ ਕਰ ਰਹੇ ਹੋ ਔਖਾ ਨਹੀਂ ਲੱਗਦਾ ਤੁਹਾਨੂੰ? ਮੈਂ ਦੇਖਿਆ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਉੱਥੋਂ ਇੱਥੇ ਆਉਣ ਤੱਕ। ਫਿਰ ਹੁਣ ਤਾਂ ਚਲੋ ਗਰਮੀਆਂ ਦੇ ਦਿਨ ਸ਼ੁਰੂ ਹੋ ਗਏ ਨੇ, ਤਪਦੀ ਧੁੱਪ ਦੇ ਹੇਠਾਂ ਇਸ ਤਰ੍ਹਾਂ ਕਈ ਘੰਟੇ ਲਗਾਤਾਰ ਕੰਮ ਕਰਨਾ ਔਖਾ ਤਾਂ ਬਹੁਤ ਆ ਜੀ। ਬਸ ਆਪਣੇ ਬੱਚਿਆਂ ਦੀ ਖਾਤਰ, ਆਪਣੇ ਪਰਿਵਾਰ ਦੀ ਖਾਤਰ ਕਰਨਾ ਪੈਂਦਾ ਜੀ, ਮਜਬੂਰੀ ਹੈ ਜੀ, ਹੋਰ ਕਰਨ ਨੂੰ ਕੋਈ ਦਿਲ ਨਹੀਂ ਕਰਦਾ ਜੀ। ਬਹੁਤ ਜ਼ਿਆਦਾ ਔਖਾ, ਬਾਣ ਵਿੱਚ ਰੁੜ ਕੇ ਆਉਣਾ ਜੀ, ਰੁੜ ਕੇ ਜਾਣਾ, ਤੇ ਇਹਦੇ ਵਿੱਚ ਦਿੱਕਤ ਤਾਂ ਬਹੁਤ ਆਉਂਦੀ ਹੈ ਜੀ, ਪਰ ਆਪਣੇ ਬੱਚੇ ਵੀ ਪਾਲਣੇ ਜੀ, ਉਹਨਾਂ ਨੂੰ ਪੜ੍ਹਾਉਣਾ ਵੀ ਆ। ਮੈਂ ਚਾਹੁੰਦਾ ਜੀ ਜਿੱਦਾਂ ਮੈਂ ਆਪਦੀ ਗੁਰਬਤ ਦੀ ਜ਼ਿੰਦਗੀ ਚਾਹੁੰਦਾ ਵੀ ਮੇਰੇ ਆਪਣੇ ਬੱਚਿਆਂ ਨੂੰ ਮੈਂ ਵਧੀਆ ਜ਼ਿੰਦਗੀ ਦੇ ਸਕਾਂ, ਉਹਨਾਂ ਨੂੰ ਪੜ੍ਹਾ ਸਕਾਂ, ਉਹਨਾਂ ਨੂੰ ਮੇਰੇ ਵਾਂਗੂ ਕਿਸੇ ਚੀਜ਼ ਦੀ ਦਿੱਕਤ ਨਾ ਆਵੇ। ਇਸ ਕਰਕੇ ਮੈਂ ਉਹਨਾਂ ਦੀ ਖਾਤਰ, ਆਪਦੇ ਬੱਚਿਆਂ ਦੀ ਖਾਤਰ, ਆਪਦੇ ਪਰਿਵਾਰ ਦੀ ਖਾਤਰ ਮਿਹਨਤ ਮਜ਼ਦੂਰੀ ਕਰਦਾ ਜੀ। ਐਤਕੀ ਤਾਂ ਜਦੋਂ ਚੋਣਾਂ ਤੋਂ ਪਹਿਲਾਂ, ਚੋਣ ਪ੍ਰਚਾਰ ਦੇ ਦੌਰਾਨ ਘਰ ਘਰ ਹੱਥ ਜੋੜ ਕੇ ਵੋਟਾਂ ਮੰਗੀਆਂ ਗਈਆਂ ਨੇ, ਉਦੋਂ ਨਹੀਂ ਤੁਸੀਂ ਸਵਾਲ ਪੁੱਛਿਆ ਲੀਡਰਾਂ ਤੋਂ? ਉਹ ਆਉਂਦੇ ਹੀ ਨਹੀਂ ਜੀ, ਆਪ ਤਾਂ ਆਉਂਦੇ ਹੀ ਨਹੀਂ ਗੇ। ਸਾਡੇ ਪਿੰਡ ਪੱਧਰ ਤੇ ਸਾਡੇ ਘਰਾਂ ਦੇ ਬੰਦੇ ਆਉਂਦੇ ਆ ਜੀ, ਉਹ ਆਪ ਜਿਹੜੇ ਟਿਕਟ ਜਿਨ੍ਹਾਂ ਨੂੰ ਮਿਲੀ ਵੀ ਆ, ਉਹ ਕੋਈ ਵੀ ਬੰਦਾ ਮੇਰੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਜੀ। ਉਹ ਆਏ ਨਹੀਂ, ਦਿਲ ਦੇ ਵਿੱਚ ਤਾਂ ਸੀਗਾ ਜੀ ਜੇ ਆਉਣਗੇ ਮੇਰੇ ਘਰੇ ਮੈਂ ਸਵਾਲ ਜਵਾਬ ਉਹਨਾਂ ਨੂੰ ਕਰੂੰਗਾ, ਪਰ ਉਹ ਆਏ ਨਹੀਂ। ਉਹਨਾਂ ਨੇ ਜਿਹੜੇ ਸਾਡੇ ਪਿੰਡ ਦੇ ਮੁੰਡੇ ਆ ਜਿਹੜੇ ਉਹ ਮੂਹਰੇ ਲਾਏ ਹੋਏ ਸੀ, ਉਹੀ ਆਏ ਸੀ। ਹੁਣ ਘਰ ਦੇ ਬੰਦੇ ਨੂੰ ਜਿਹਦਾ ਕੋਈ ਅਹੁਦਾ ਨਹੀਂ, ਉਹਨੂੰ ਬੰਦਾ ਕੀ ਕਹੂਗਾ? ਉਹਨੂੰ ਤਾਂ ਇਹੀ ਕਿਹਾ ਸੀ ਵੀ ਹੱਥ ਜੋੜ ਕੇ ਤੁਹਾਡੇ ਨਾਲ ਆ, ਤੁਹਾਨੂੰ ਵੋਟਾਂ ਪਾਵਾਂਗੇ। ਬਸ ਉਹ ਖੁਦ ਤਾਂ ਆਏ ਨਹੀਂ ਜੀ, ਜੇ ਉਹ ਆਉਂਦੇ ਤਾਂ ਸਵਾਲ ਜਵਾਬ ਤਾਂ ਆਪਾਂ ਉਹਨਾਂ ਨਾਲ ਕਰਨਾ ਸੀ। ਇਹਦੇ ਜਿਹੜੇ ਘਰ ਦੇ ਆ, ਪਿੰਡ ਦੇ ਬੰਦੇ, ਇਹਨਾਂ ਨਾਲ ਆਪਾਂ ਕੀ ਸਵਾਲ ਜਵਾਬ ਕਰਾਂਗੇ? ਨਾਲ ਇਹ ਆਪਣਾ ਕੀ ਹੱਲ ਕਰ ਸਕਣਗੇ ਜੀ? ਇਹਨਾਂ ਕੋਲ ਪਾਵਰ ਹੀ ਨਹੀਂ ਕੋਈ ਸਾਡਾ ਮਸਲਾ ਹੱਲ ਕਰਨ ਦੀ ਜੀ। ਭਾਰਪੂਰ ਵੀ ਚੁੱਕਦੇ ਹੋ ਆ ਬੋਰੀਆਂ ਜਿਹੜੀਆਂ ਆਲੂਆਂ ਦੀਆਂ, ਜਿਵੇਂ ਆਲੂ ਚੁੱਕਦੇ? ਨਹੀਂ, ਭਾਰ ਨਹੀਂ ਜੀ, ਭਾਰ ਮੈਥੋਂ ਚੱਕ ਕੇ ਤੁਰਿਆ ਨਹੀਂ ਜਾਂਦਾ ਜੀ, ਭਾਰ ਨਹੀਂ ਜ਼ਿਆਦਾ ਜੀ। ਮੈਂ ਇਕੱਲਾ ਚਗਾਈ ਦਾ ਕੰਮ ਕਰ ਲੈਂਦਾ, ਉਦੋਂ ਬਾਅਦ 'ਚ ਛਟਾਈ ਦਾ, ਜਿਹਦੀ ਛੰਟ ਨੇ ਇਹਨਾਂ ਨੂੰ ਅਲੱਗ-ਅਲੱਗ ਕਰਨਾ, ਬੀਏ ਅਲੱਗ ਕਰਨਾ, ਦੂਜਾ ਅਲੱਗ ਕਰਨਾ, ਉਹ ਬੈਠ ਕੇ ਕਰਨ ਵਾਲਾ ਕੰਮ ਉਹ ਕਰ ਲੈਂਦਾ ਜੀ। ਕਿੰਨੇ ਘੰਟੇ ਇੱਥੇ ਰਹਿੰਦੇ ਹੋ? ਇੱਥੇ ਜੀ ਤਕਰੀਬਨ ਅਸੀਂ 9 ਵਜੇ ਆ ਜਾਂਦੇ ਹਾਂ, 6 ਵਜੇ ਚਲੇ ਜਾਂਦੇ ਹਾਂ ਜੀ। 9 ਤੋਂ 6 ਤੱਕ ਕੰਮ ਕਰਦੇ ਹਾਂ ਜੀ। 9 ਘੰਟੇ ਕੰਮ? ਹਾਂਜੀ ਹਾਂਜੀ। ਰੋਟੀ ਪਾਣੀ ਚੱਲ ਰਿਹਾ, ਸਹੀ ਗੁਜ਼ਾਰਾ ਹੋ ਰਿਹਾ? ਹਾਂਜੀ, ਰੋਟੀ ਪਾਣੀ ਬਸ ਅਸੀਂ ਮਿਹਨਤ ਕਰਦੇ ਹਾਂ ਜੀ, ਉਹਦੇ ਨਾਲ ਜਿੰਨਾ ਕੁ ਸਾਡਾ ਹੈਗਾ ਜੀ ਗੁਜ਼ਾਰਾ ਚੱਲੀ ਜਾਂਦਾ ਜੀ। ਬਸ ਹੋਰ ਕੋਈ ਸਰਕਾਰ ਵੱਲੋਂ ਸਾਡੀ ਕੋਈ ਸਹੂਲਤ ਨਹੀਂ ਜੀ। ਮੈਂ SC ਵੀ ਹਾਂ, ਅੰਗਹੀਣੀ ਵੀ ਹਾਂ, ਹਾਲੇ ਤੱਕ ਮੇਰਾ ਨੀਲਾ ਕਾਰਡ ਤੱਕ ਨਹੀਂ ਬਣਿਆ ਜੀ। ਮੈਂ ਤਾਂ ਬਹੁਤ ਵਾਰ ਇਹਨਾਂ ਨੂੰ ਗੁਹਾਰ ਲਾਈ ਆ, ਹੁਣ ਭਰ ਕੇ ਦਿੱਤੇ ਵੀ ਆ ਵੋਟਾਂ ਤੋਂ ਪਹਿਲਾਂ ਕਾਗਜ਼। ਅੰਗਹੀਣ ਤੁਸੀਂ ਨਹੀਂ, ਅੰਗਹੀਣ ਤਾਂ ਫਿਰ ਸਰਕਾਰਾਂ ਹੋ ਗਈਆਂ ਨਾ, ਸਰਕਾਰਾਂ ਦੀ ਸੋਚ ਹੋ ਗਈ ਅੰਗਹੀਣ। ਹਾਂਜੀ, ਮੈਂ ਤਾਂ ਆਪਦੇ ਆਪ ਨੂੰ ਤਾਂ ਕਦੇ ਅੰਗਹੀਣ ਸਮਝਿਆ ਨਹੀਂ। ਮੈਂ ਤਾਂ ਜਿੰਨੀ ਜੋਗਾ ਹੈਗਾ ਮੈਂ ਤਾਂ ਕਰੀ ਜਾਂਦਾ ਜੀ। ਮੈਂ ਆਪਣਾ ਪਰਿਵਾਰ ਪਾਲਣਾ, ਇਹਨਾਂ ਦੇ ਮੂਹਰੇ ਤਾਂ ਮੈਂ ਹੱਥ ਅੱਡ ਕੇ ਬੈਠੂੰਗਾ ਤਾਂ ਮੇਰਾ ਪਰਿਵਾਰ ਭੁੱਖਾ ਮਰੂਗਾ ਜੀ। ਤੇ ਜੇ ਮੈਂ ਹੀ ਇਹਨਾਂ ਮਗਰ ਤੁਰਿਆ ਫਿਰਦਾ ਰਿਹਾ ਜੀ, ਇਹਨਾਂ ਦੇ ਥਾਂ ਥਾਂ ਠੋਕਰਾਂ ਖਾਂਦਾ, ਤੇ ਮੇਰੇ ਬੱਚੇ ਖਾਣਗੇ ਕਿੱਥੋਂ ਜੀ? ਇਹਨਾਂ ਨੇ ਕੀ ਕਰਨਾ ਜੀ? ਇਹਨਾਂ ਦੇ ਮਗਰ ਤਾਂ ਮੈਂ ਜਾਂਦਾ ਨਹੀਂ ਗਾ ਜੀ। ਮੈਂ ਤਾਂ ਆਪਦੀ ਮਿਹਨਤ ਮਜ਼ਦੂਰੀ ਕਰਦਾ, ਨਾ ਮੈਂ ਇਹਨਾਂ ਮੂਹਰੇ ਹੱਥ ਅੱਡਦਾ, ਨਾ ਕਿ ਇਹਨਾਂ ਨੂੰ ਮੈਂ ਤਾਂ ਤਰਲਾ ਕਰਨਾ ਇਹਨਾਂ ਦਾ ਜੀ। ਜੇ 12ਵੀਂ ਕੀਤੀ ਹੋਈ ਹੈ, ਤੁਸੀਂ ਦੱਸ ਰਹੇ ਹੋ ਕੰਪਿਊਟਰ ਦਾ ਜਿਹੜਾ ਤੁਸੀਂ ਕੋਰਸ ਕੀਤਾ ਹੋਇਆ, ਨੌਕਰੀ ਵੀ ਤੁਹਾਨੂੰ ਜੇਕਰ ਮਿਲ ਜਾਏ ਤਾਂ ਚੰਗਾ ਗੁਜ਼ਾਰਾ ਹੋ ਸਕਦਾ ਪਰਿਵਾਰ ਦਾ, ਔਰ ਪਤਨੀ ਨੂੰ ਵੀ ਘਰ ਘਰ ਜਾ ਕੇ ਲੋਕਾਂ ਦੇ ਭਾਂਡੇ ਨਾ ਮਾਂਜਣੇ ਪੈਣ, ਸਫਾਈਆਂ ਨਾ ਕਰਨੀਆਂ ਪੈਣ।
ਹਾਂਜੀ, ਮੈਂ ਹੁਣ ਆਉਣ ਵਾਲੀ ਸਰਕਾਰ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਜੀ, ਮੈਂ ਜ਼ਿਆਦਾ ਨਹੀਂ ਮੰਗ ਕਰਦਾ ਕੋਈ ਵੱਡੀ, ਮੈਨੂੰ ਮੇਰੀ ਯੋਗਤਾ ਦੇ ਅਨੁਸਾਰ ਓਡੀ ਕੁ ਨੌਕਰੀ ਦੇ ਦਿਓ ਜਿਹਦੇ ਨਾਲ ਮੈਂ ਆਪਦੇ ਪਰਿਵਾਰ ਦਾ ਗੁਜ਼ਾਰਾ ਚਲਾ ਸਕਾਂ ਤੇ ਆਪਣੇ ਬੱਚਿਆਂ ਨੂੰ ਪੜ੍ਹਾ ਸਕਾਂ। ਮੇਰੀ ਇਹੀ ਮੰਗ ਆ, ਹੋਰ ਕੋਈ ਮੇਰੀ ਕਿਸੇ ਤਰ੍ਹਾਂ ਦੀ ਕੋਈ ਮੰਗ ਨਹੀਂ ਜੀ। ਬੱਚੇ ਕਈ ਵਾਰ ਸ਼ਿਕਾਇਤ ਕਰਦੇ ਹੁੰਦੇ ਨੇ ਕਿਸੇ ਚੀਜ਼ ਨੂੰ ਲੈ ਕੇ, ਕਿਉਂਕਿ ਬੱਚੇ ਤਾਂ ਜ਼ਿੱਦ ਕਰਦੇ ਹੀ ਨੇ। ਹਾਂਜੀ, ਬੱਚਿਆਂ ਨੂੰ ਤਾਂ ਚੀਜ਼ ਮੰਗ ਲੈਣੀ ਆ ਜੀ, ਬੱਚੇ ਜਿੱਦ ਕਰਦੇ ਆ, ਕਾਪੀ ਵੀ ਲੈਣੀ ਆ, ਉਹਨਾਂ ਦੀ ਵਰਦੀ ਵੀ ਲੈਣੀ ਆ, ਉਹਨਾਂ ਦੀ ਪੈਨਸ਼ਨ ਵੀ ਲੈਣੀ, ਸਾਰਾ ਕੁਝ ਲੈਣਾ ਗੇ। ਬੱਚੇ ਮੰਗ ਕਰਦੇ ਆ ਜੀ, ਕੀ ਕਰੀਏ ਹੁਣ, ਕੰਮ ਕਰਕੇ ਦੇਣਾ ਪੈਂਦਾ ਹੈ। ਹੁਣ ਕੰਮ ਕਰਦੇ ਆ, ਚਲ ਉਹਨਾਂ ਦਾ ਮਾੜਾ ਮੋਟਾ ਵਿਚਾਰਾਂ ਦਾ ਕਰੀ ਜਾਂਦੇ ਆ। ਬਸ ਜੀ, ਮੈਂ ਤਾਂ ਅਨਪੜ੍ਹ। ਇਹ ਸਾਨੂੰ ਤੁਹਾਡੀ ਕਹਾਣੀ ਸੁਣ ਕੇ, ਤੁਹਾਡੇ ਹਾਲਾਤ ਦੇਖ ਕੇ, ਇਹ ਕੋਈ ਪਹਿਲੀ ਵਾਰ ਨਹੀਂ ਹੈ, ਫਿਰ ਤੋਂ ਸ਼ਰਮ ਆ ਗਈ ਹੈ। ਇਹ ਪੰਜਾਬ ਦੇ ਜੋ ਸਿਸਟਮ ਜਾਂ ਪੰਜਾਬ ਦੀਆਂ ਜੋ ਸਰਕਾਰਾਂ ਨੇ ਹੁਣ ਤੱਕ ਜੋ ਵੱਡੇ ਵੱਡੇ ਦਾਅਵੇ ਕਰਦੀਆਂ ਆਈਆਂ ਨੇ, ਔਰ ਸਾਡਾ ਹੀ ਫੰਡ ਹੁੰਦਾ ਜਿਹੜਾ ਸਾਡੇ ਤੇ ਹੀ ਖਰਚ ਕਰਨਾ ਹੁੰਦਾ ਹੈ, ਔਰ ਸਾਨੂੰ ਹੀ ਨੌਕਰੀਆਂ ਤੇ ਨਹੀਂ ਰੱਖਿਆ ਜਾਂਦਾ, ਸਾਡੇ ਤੱਕ ਹੀ ਸਹੂਲਤਾਂ ਨਹੀਂ ਪਹੁੰਚਾਈਆਂ ਜਾਂਦੀਆਂ, ਬੜੀ ਸ਼ਰਮ ਵਾਲੀ ਗੱਲ ਹੈ। ਹਾਂਜੀ, ਇਹ ਤਾਂ ਹੈਗੀ ਹੈ ਜੀ, ਇਹਨਾਂ ਨੂੰ ਦਾਅਵੇ ਕਰਦੇ ਆ ਜੀ। ਹੁਣ ਇਹਨਾਂ ਨੇ ਵੋਟਾਂ ਤੋਂ ਪਹਿਲਾਂ ਚੋਣ ਮੈਨੀਫੈਸਟੋ ਤਿਆਰ ਕੀਤਾ ਹਰੇਕ ਪਾਰਟੀ ਨੇ, ਪਰ ਅੰਗਹੀਣ ਵਰਗ ਲਈ ਕਿਸੇ ਪਾਰਟੀ ਨੇ ਕਿਸੇ ਤਰ੍ਹਾਂ ਦੀ ਕੋਈ ਮੰਗ ਨਹੀਂ ਉਹਦੇ ਵਿੱਚ ਰੱਖੀ, ਕੋਈ ਦਾਅਵਾ ਨਹੀਂ ਕੀਤਾ ਵੀ ਅਸੀਂ ਅੰਗਹੀਣ ਵਰਗ ਲਈ ਇਹ ਕੁਛ ਕਰਾਂਗੇ, ਜਾਂ ਸਾਡਾ ਤਾਂ ਮੈਨੀਫੈਸਟੋ ਦੇ ਵਿੱਚ ਕੋਈ ਜ਼ਿਕਰ ਹੀ ਨਹੀਂ ਕੀਤਾ ਗਿਆ ਜੀ। ਅਸੀਂ ਤਾਂ ਇੱਥੋਂ ਤੱਕ ਸੋਚਦੇ ਜੀ, ਅੰਗਹੀਣ ਵਰਗ ਨੂੰ ਤਾਂ ਪੰਜਾਬ ਦਾ ਹਿੱਸਾ ਹੀ ਨਹੀਂ ਮੰਨਿਆ ਜਾਂਦਾ ਜੀ। ਸਾਨੂੰ ਤਾਂ ਕਿਸੇ ਮਤਲਬ ਕਿਸੇ ਪਾਸੇ ਇਹਨਾਂ ਨੇ ਮੰਨੇ ਨਹੀਂ, ਸਾਡੀ ਤਾਂ ਕੋਈ ਇਹਨਾਂ ਲਈ ਤਾਂ ਸਾਡੀ ਵੋਟ ਦੀ ਵੀ ਕੋਈ ਅਹਿਮੀਅਤ ਨਹੀਂ ਗੀ ਜੀ। ਸਾਨੂੰ ਵੋਟਾਂ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਹੋਈ ਜੀ। ਅਸੀਂ ਆਪਣੇ ਵਹੀਕਲ 'ਤੇ ਆਪ ਜਾ ਕੇ ਵੋਟ ਪਾ ਕੇ ਆਏ ਜੀ, ਕਿਸੇ ਪਾਰਟੀ ਦੀ ਜਾਂ ਕਿਸੇ ਨੇਤਾ ਦੀ ਜਾਂ ਗੱਡੀ ਜਾਂ ਕਿਸੇ ਹੋਰ ਚੀਜ਼ ਦੀ। ਵੀਲ ਚੇਅਰ ਵੀ ਮੈਂ ਆਪਦੀ ਖੁਦ ਹੀ ਆਪ ਲੈ ਕੇ ਗਿਆ ਜੀ। ਉੱਥੇ ਪਹਿਲਾਂ ਮੈਂ ਗਿਆ, ਉੱਥੇ ਮੈਂ ਵੀਲ ਚੇਅਰ ਦੀ ਮੰਗ ਕੀਤੀ, ਉਹ ਮੈਨੂੰ ਕਹਿੰਦੇ ਵੀ ਇੱਥੇ ਵੀਲ ਚੇਅਰ ਸੀਗੀ, ਉਹ ਪਤਾ ਨਹੀਂ ਕੋਈ ਕਿੱਥੇ ਗਈ ਕਿੱਥੇ ਨਹੀਂ। ਫਿਰ ਮੈਂ ਦੁਬਾਰਾ ਆਪਦੇ ਘਰੇ ਜਾ ਕੇ ਆਪਦੀ ਵੀਲ ਚੇਅਰ ਲਿਜਾ ਕੇ ਫਿਰ ਮੈਂ ਆਪਦੀ ਵੋਟ ਪਾ ਕੇ ਆਇਆ ਜੀ। ਤਾਂ ਵੀ ਲੀਡਰਾਂ ਨੂੰ ਸ਼ਰਮ ਨਹੀਂ ਹੈ। ਸ਼ਰਮ, ਸਾਨੂੰ ਵੋਟ ਪਾਉਣ ਪਿੱਛੇ ਕਿੰਨੀ ਮੁਸ਼ਕਲ ਦਾ ਸਾਹਮਣਾ ਤੁਹਾਨੂੰ ਆਪ ਕਰਨਾ ਪਿਆ, ਤਾਂ ਵੀ ਸ਼ਰਮ ਨਹੀਂ ਆਈ। ਸ਼ਰਮ ਤਾਂ ਹੁਣ ਕੀ ਕਹਿ ਸਕਦੇ ਜੀ, ਆਪਾਂ ਛੋਟੇ ਬੰਦੇ ਆਂ, ਗਰੀਬ ਬੰਦੇ, ਇਹਨਾਂ ਲੀਡਰਾਂ ਦਾ ਆਪਾਂ ਮੁਕਾਬਲਾ ਨਹੀਂ ਕਰ ਸਕਦੇ, ਇਹਨਾਂ ਨੂੰ ਬੁਰਾ ਭਲਾ ਵੀ ਨਹੀਂ ਆਖ ਸਕਦੇ। ਆਪਣਾ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੈ ਜੀ, ਕਿਸੇ ਲੀਡਰ ਜਾਂ ਕਿਸੇ ਪਾਰਟੀ ਨਾਲ। ਉਹ ਜੋ ਉਹਨਾਂ ਨੂੰ ਸਹੀ ਲੱਗਦਾ ਉਹ ਕਰੀ ਜਾਂਦੇ ਆ ਜੀ। ਆਪਾਂ ਮਿਹਨਤ ਮਜ਼ਦੂਰੀ ਕਰਨੀ, ਆਪਾਂ ਆਪਦੇ ਪਰਿਵਾਰ ਦੀ ਖਾਤਰ ਕਰਦੇ ਹਾਂ ਜੀ, ਕਿਸੇ ਦੀ ਖਾਤਰ ਨਹੀਂ ਕਰਦੇ ਜੀ। ਜਦੋਂ ਕਈ ਵਾਰ ਥੱਕ ਹਾਰ ਜਾਂਦੇ ਹੋ, ਪਰਮਾਤਮਾ ਨੂੰ ਕੀ ਕਹਿੰਦੇ ਹੁੰਦੇ ਹੋ, ਕਿਵੇਂ ਸ਼ਿਕਾਇਤ ਕਰਦੇ ਹੋ? ਪਰਮਾਤਮਾ ਨੂੰ ਤਾਂ ਸ਼ਿਕਾਇਤ, ਹੁਣ ਮੇਰਾ ਕੋਈ ਪਿਛਲੇ ਜਨਮ ਦਾ ਕੋਈ ਮਾੜਾ ਕਰਮ ਕੀਤਾ ਵਾ ਜਿਹੜੀ ਮੈਨੂੰ ਇਹ ਜ਼ਿੰਦਗੀ ਮਿਲੀ ਆ, ਪਰਮਾਤਮਾ ਨੂੰ ਤਾਂ ਮੈਂ ਸ਼ਿਕਾਇਤ ਨਹੀਂ ਕਰਦਾ। ਚਲੋ ਮੇਰੇ ਹੱਥ ਕਾਇਮ ਆ ਜੀ, ਮੈਂ ਆਪਣੇ ਬੱਚਿਆਂ ਨੂੰ ਇੰਨਾ ਹੈਗਾ ਵੀ ਰੋਟੀ ਕਮਾ ਕੇ ਦੇਈ ਜਾਣਾ। ਪਰਮਾਤਮਾ ਨੂੰ ਤਾਂ ਇਹੀ ਅਰਦਾਸ ਕਰਦਾ ਵੀ ਮੈਨੂੰ ਜਿਹੜੀ ਰਜਾ ਵਿੱਚ ਰੱਖਿਆ ਤੰਦਰੁਸਤ ਰੱਖੀ, ਇਹ ਤੋਂ ਜ਼ਿਆਦਾ ਮੈਨੂੰ ਹੋਰ ਪ੍ਰੋਬਲਮ ਨਾ ਆਵੇ ਕੋਈ। ਇਹ ਬਹੁਤ ਖੂਬਸੂਰਤ ਗੱਲ ਹੈ ਕਿ ਤੁਸੀਂ ਜੇ ਪੈਰ ਨਹੀਂ ਤਾਂ ਹੱਥਾਂ ਦੇ ਨਾਲ ਕੰਮ ਲੈ ਰਹੇ ਹੋ ਔਰ ਆਪਣਾ ਪਰਿਵਾਰ ਪਾਲ ਰਹੇ ਹੋ, ਔਰ 10 ਨੌਆਂ ਦੀ ਕਿਰਤ, ਬਹੁਤ ਸੋਹਣੀ ਗੱਲ ਅੱਜ ਤੁਸੀਂ ਕਹੀ। ਔਰ ਉਮੀਦਾਂ ਨਹੀਂ ਲਾਈਆਂ ਹੋਈਆਂ ਇਹਨਾਂ ਲੀਡਰਾਂ ਤੋਂ, ਬਹੁਤ ਚੰਗੀ ਗੱਲ ਹੈ, ਲਾਇਓ ਵੀ ਨਾ, ਇਸੇ ਤਰ੍ਹਾਂ ਮਿਹਨਤ ਕਰਿਓ, ਪਰਮਾਤਮਾ ਇੱਕ ਦਿਨ ਲੜ ਜ਼ਰੂਰ ਕਰੇਗਾ। ਹਾਂਜੀ, ਵਾਹਿਗੁਰੂ ਦੇ ਹੱਥ ਜੀ, ਮਿਹਨਤ ਜਾਰੀ ਆ, ਮਿਹਨਤ ਕਰਾਂਗੇ ਜੀ। ਤੇ ਜਿੱਦਾਂ ਤੁਸੀਂ ਮੇਰਾ ਸਹਿਯੋਗ ਦੇ ਰਹੇ ਹੋ ਜੀ, ਪੰਜਾਬ ਦਾ ਹਰ ਮੀਡੀਆ ਮੇਰੀ ਮਦਦ ਕਰ ਰਿਹਾ ਜੀ, ਤੁਹਾਡੇ ਸਹਿਯੋਗ ਦੇ ਨਾਲ, ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰਾ ਕੋਈ ਨਾ ਕੋਈ ਹੱਲ ਜ਼ਰੂਰ ਹੋਊਗਾ ਜੀ। ਪੰਜਾਬ ਦੇ ਵਿੱਚ ਜਿੰਨੀਆਂ ਵੀ ਹੁਣ ਤੱਕ ਸਰਕਾਰਾਂ ਬਣੀਆਂ ਨੇ, ਹਰ ਵਾਰ ਉਹ ਸਰਕਾਰ, ਉਹ ਪਾਰਟੀ, ਉਹ ਲੀਡਰ ਜਿੱਤੇ ਆ, ਪੰਜਾਬ ਦੇ ਲੋਕ ਕਦੀ ਨਹੀਂ ਜਿੱਤੇ, ਹਰ ਵਾਰ ਪੰਜਾਬ ਦੇ ਲੋਕ ਹਾਰੇ ਹੀ ਨੇ। ਹਾਂਜੀ, ਉਹ ਤਾਂ ਲੀਡਰਾਂ ਦੀ ਜਿੱਤ ਹੀ ਹੁੰਦੀ ਹੈ ਜੀ। ਹਰ ਵਾਰ ਤੁਸੀਂ ਦੇਖਦੇ ਹੋ, 70 ਸਾਲ ਤੋਂ, ਮੇਰੀ ਤਾਂ ਚਲੋ ਉਮਰ ਘੱਟ ਆ, 34-35 ਸਾਲ ਦੀ ਆ, ਮੈਂ ਦੇਖ ਰਿਹਾ ਜੀ ਜਿਹੜੀ ਵੀ ਸਰਕਾਰ ਆਉਂਦੀ ਸੀਗੀ ਜੀ, ਹਰ ਵਾਰ ਵਾਅਦੇ ਤਾਂ ਕਰਦੇ ਆ ਪਰ ਪੂਰਾ ਕੋਈ ਨਹੀਂ ਕਰਦਾ ਜੀ। ਤੁਸੀਂ ਦੇਖ ਲਓ, ਮੇਰਾ ਇਕੱਲੇ ਦਾ ਅੰਗਹੀਣ ਦਾ ਮਸਲਾ ਨਹੀਂ ਹੈ ਜੀ, ਪੰਜਾਬ ਦੇ ਹਰ ਅੰਗਹੀਣ ਦਾ ਇਹੀ ਮਸਲਾ ਜੀ। ਮੇਰੇ ਤਾਂ ਹੱਥ ਪੈਰ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੱਲਦੇ ਆ, ਮੈਂ ਥੋੜ੍ਹਾ ਬਹੁਤਾ ਗਾਂਵ-ਛਾਂ ਹੋ ਜਾਂਦਾ। ਕਈ ਤਾਂ ਵਿਚਾਰੇ ਬੈੱਡ 'ਤੇ ਪਏ ਜੀ, ਉਹਨਾਂ ਨੂੰ ਤਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਹੀ ਨਹੀਂ ਜੀ, ਪਏ ਆ ਵਿਚਾਰੇ, ਸੜੀ ਜਾਂਦੇ ਆ। ਕੋਈ ਸਰਕਾਰ ਵੱਲੋਂ ਸਾਡੇ ਅੰਗਹੀਣ ਵਰਗ ਲਈ ਕੁਛ ਨਹੀਂ ਕੀਤਾ ਜਾ ਰਿਹਾ ਜੀ। ਕੋਈ ਸਾਡੀਆਂ ਕੋਈ ਮੰਗਾਂ ਵੀ ਜ਼ਿਆਦਾ ਨਹੀਂ ਜੀ। ਅਸੀਂ ਤਾਂ ਇਹ ਕਹਿੰਦੇ ਆ ਜੀ, ਸਾਡੀਆਂ ਮੰਗਾਂ ਬਹੁਤ ਘੱਟ ਆ ਜੀ। ਸਾਡੀ ਜਿਹੜੇ ਤਾਂ ਬੰਦੇ ਸਾਡੇ ਅੰਗਹੀਣ, ਅਨਪੜ੍ਹ ਆ, ਬਿਲਕੁਲ ਨਹੀਂ ਪੜ੍ਹੇ ਲਿਖੇ, ਉਹਨਾਂ ਦੀ ਪੈਨਸ਼ਨ ਇੰਨੀ ਕਰ ਦਿੱਤੀ ਜਾਵੇ ਤਾਂ ਜੋ ਆਪਣੇ ਘਰ ਦਾ ਉਹ ਗੁਜ਼ਾਰਾ ਚਲਾ ਸਕਣ। ਤੇ ਜਿਹੜੇ ਪੜ੍ਹੇ ਲਿਖੇ ਆ, ਮੇਰੇ ਵਾਂਗੂ ਜਾਂ ਮੈਥੋਂ ਜ਼ਿਆਦਾ ਪੜ੍ਹੇ ਹੋਏ ਆ, ਉਹਨਾਂ ਨੂੰ ਉਹਨਾਂ ਦੀ ਯੋਗਤਾ ਦੇ ਅਨੁਸਾਰ, ਭਾਵੇਂ ਪ੍ਰਾਈਵੇਟ ਹੀ ਸਹੀ, ਉਹਨਾਂ ਨੂੰ ਰੁਜ਼ਗਾਰ ਜ਼ਰੂਰ ਦਿੱਤਾ ਜਾਵੇ। ਬਸ ਸਾਡੀਆਂ ਤਾਂ ਇਹੀ 2 ਮੰਗਾਂ ਜੀ। ਹੋਰ ਅਸੀਂ ਆਟਾ ਵੀ ਖੁਦ ਖਰੀਦ ਲਾਂਗੇ ਬੱਚਿਆਂ ਲਈ, ਅਸੀਂ ਉਹਨਾਂ ਨੂੰ ਪੜ੍ਹਾ ਵੀ ਲਗਾਵਾਂਗੇ, ਤੇ ਸਾਨੂੰ ਕਿਸੇ ਚੀਜ਼ ਦੀ ਹੋਰ ਨਹੀਂ ਹੈਗੀ ਜੀ। ਸਾਨੂੰ ਫ੍ਰੀ ਦੀ ਕੋਈ ਸਾਨੂੰ ਚੀਜ਼ ਨਹੀਂ ਚਾਹੀਦੀ। ਅਸੀਂ ਆਪਦੇ ਬੱਚਿਆਂ ਨੂੰ ਆਪਦੀ ਤਨਖਾਹ ਦੇ ਵਿੱਚੋਂ ਸਾਰਾ ਪਾਲਣ ਪੋਸ਼ਣ ਕਰ ਲਾਂਗੇ। ਸਾਨੂੰ ਰੋਜ਼ਗਾਰ ਦੇ ਦਿਓ, ਸਾਨੂੰ ਮੁਫਤ ਦੀਆਂ ਸਹੂਲਤਾਂ ਦੀ ਲੋੜ ਨਹੀਂ ਜੀ। ਆਮ ਲੋਕਾਂ ਦੇ ਮੁੱਖ ਮੰਤਰੀ ਨੇ ਕਦੇ ਪਹੁੰਚ ਨਹੀਂ ਕੀਤੀ ਤੁਹਾਡੇ ਤੱਕ? ਨਹੀਂ ਨਹੀਂ ਜੀ, ਮੈਂ ਤਾਂ ਉਹਨਾਂ ਦੇ ਮਗਰ ਗਿਆ ਜੀ। ਬਾਘੇ ਪੁਰਾਣੇ ਵੀ ਆਏ ਸੀਗੇ, ਉਹ ਰੈਲੀ ਸੀਗੀ ਬਾਘੇ ਪੁਰਾਣੇ ਵੀ ਮੈਂ ਗਿਆ ਜੀ ਆਪਣਾ ਮੰਗ ਪੱਤਰ ਲੈ ਕੇ, ਪਰ ਨਹੀਂ ਜੀ, ਉਹਨਾਂ ਦੀ ਸਿਕਿਉਰਿਟੀ ਨੇ ਮੈਨੂੰ ਅੱਗੇ ਨਹੀਂ ਜਾਣ ਦਿੱਤਾ ਗਾ। ਤੇ ਫਿਰ ਮੇਰੇ ਖੁਦ ਬੱਧਨੀ ਕਲਾਂ ਵੀ ਆਏ ਸੀ, ਉੱਥੇ ਵੀ ਮੈਂ ਗਿਆ ਸੀ। ਮੇਰੀਆਂ ਪਹਿਲਾਂ ਵੀ ਨਿਊਜ਼ ਚੱਲੀਆਂ ਜੀ ਚੈਨਲਾਂ 'ਤੇ, ਉਹਨਾਂ ਨੇ ਦਿਖਾਇਆ ਸੀ, ਮੈਂ ਗਿਆ ਸੀ ਉੱਥੇ ਵੀ। ਮੈਨੂੰ ਉਹਨਾਂ ਦੇ ਕਿਸੇ ਨੇ ਨੇੜੇ ਤੇੜੇ ਨਹੀਂ ਲੱਗਣ ਦਿੱਤਾ, ਪਰ ਦਿਲ 'ਚ ਆਸ ਬਹੁਤ ਵੱਡੀ ਇੱਕ ਸੀਗੀ ਵੀ ਜਦੋਂ ਇੱਕ ਆਮ ਘਰ ਦਾ
ਬੰਦਾ ਸੀਐਮ ਦੀ ਚੇਅਰ ਤੇ ਬੈਠੂਗਾ ਵੀ ਉਹ ਸਾਡੇ ਵਰਗਿਆਂ ਵੱਲ ਤਾਂ ਜ਼ਰੂਰ ਧਿਆਨ ਦੇਊਗਾ, ਕਿਉਂਕਿ ਉਹ ਬਾਰ-ਬਾਰ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਮੈਂ ਆਮ ਆ, ਮੈਂ ਗਰੀਬੀ ਦੇਖੀ ਆ, ਮੈਂ ਇੱਥੋਂ ਦੀ ਲੰਘਿਆ ਵਾਂ। ਮੈਂ ਕਿਹਾ ਸ਼ਾਇਦ ਵੀ ਉਹ ਆਮ ਸਾਡੇ ਵਰਗੇ ਬੰਦਿਆਂ ਦਾ ਕੋਈ ਨਾ ਕੋਈ ਹੱਲ ਜ਼ਰੂਰ ਕਰਨਗੇ, ਪਰ ਨਹੀਂ ਜੀ, ਕੋਈ ਮਸਲਾ ਹੱਲ ਨਹੀਂ ਹੋਇਆ ਜੀ ਸਾਡਾ। ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਰਕਾਰਾਂ ਨੂੰ? ਸਰਕਾਰਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਵੀ ਸਾਨੂੰ ਨੌਕਰੀ ਮਿਲ ਜਾਵੇ, ਸਾਡੇ ਬੱਚੇ ਪਲ ਜਾਣ। ਜਦੋਂ ਤੱਕ ਫਾਦਰ ਸਾਹਿਬ ਸੀਗੇ ਉਦੋਂ ਤੱਕ ਕੋਈ ਫਿਕਰ ਫਾਕਾ ਨਹੀਂ ਸੀਗਾ? ਨਹੀਂ, ਜਦੋਂ ਤੱਕ ਡੈਡੀ ਚਾਹੁੰਦੇ ਸੀਗੇ ਜੀ ਉਦੋਂ ਤੱਕ ਮੈਨੂੰ ਕਿਸੇ ਤਰ੍ਹਾਂ ਦਾ ਫਿਕਰ ਫਾਕਾ ਨਹੀਂ। ਉਹ ਬਾਜ਼ਾਰ ਦੇ ਵਿੱਚ ਰਕਸ਼ਾ ਚਲਾਉਂਦੇ ਸੀ, ਭਾਅ ਢੋਂਦੇ ਹੁੰਦੇ ਸੀ, ਤੇ ਉਹ 200-300 ਰੁਪਈਆ 400 ਰੁਪਈਆ ਬਣ ਜਾਂਦਾ ਸੀ, ਉਹਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਵਧੀਆ ਚੱਲੀ ਜਾਂਦਾ ਸੀਗਾ ਜੀ। ਉਦੋਂ ਤੱਕ ਮੈਨੂੰ ਕੋਈ ਦਿੱਕਤ ਨਹੀਂ ਜੀ। ਜ਼ਿਆਦਾ ਮੁਸ਼ਕਿਲ ਮੈਨੂੰ ਆਈ ਆ ਜਦੋਂ ਉਹਨਾਂ ਦੀ ਮੌਤ ਹੋ ਗਈ, ਉਦੋਂ ਬਾਅਦ ਦੇ ਵਿੱਚ ਬੱਚੇ ਹੁਸ਼ਿਆਰ ਹੋ ਗਏ। ਹੁਣ ਵੱਡੀ ਕੁੜੀ 13-14 ਸਾਲਾਂ ਦੀ 8ਵੀਂ 'ਚ ਪੜ੍ਹਦੀ ਆ, ਉਹ ਵੀ ਹੁਸ਼ਿਆਰ ਹੋ ਗਈ, ਉਹਦੀ ਵੀ ਟੈਨਸ਼ਨ ਰਹਿੰਦੀ ਹੈ ਜੀ। ਤੇ ਬੇਟਾ ਹੈ ਜੀ, ਉਹ 6ਵੀਂ 'ਚ ਪੜ੍ਹਦਾ, ਇੱਕ ਬੇਟੀ ਆ ਉਹ 5ਵੀਂ 'ਚ ਪੜ੍ਹਦੀ ਆ। ਹੁਣ ਉਹਨਾਂ ਦੀ ਟੈਨਸ਼ਨ ਆ ਵੀ ਉਹਨਾਂ ਦਾ ਕੁਛ ਨਾ ਕੁਛ ਜ਼ਰੂਰ ਉਹਨਾਂ ਨੂੰ ਪੜ੍ਹਾ ਕੇ ਇਸ ਕਾਬਲ ਬਣਾਵਾਂ ਵੀ ਉਹ ਆਪਣਾ ਮੇਰੀ ਦੁਕਾਨ ਆਪਣੀ ਜ਼ਿੰਦਗੀ ਨਾ ਗੁਜ਼ਾਰਨ, ਵੀ ਆਪਣਾ ਕਿਸੇ ਮਤਲਬ ਸਰਕਾਰੀ ਦਾ ਹੁਣ ਤੁਹਾਨੂੰ ਪਤਾ ਹੀ ਹੈ ਕਾਹਦੀ ਝੱਗ, ਵੀ ਆਪਣਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਆਪਣੇ ਪੈਰਾਂ ਸਿਰ ਖੜੇ ਹੋ ਜਾਣ। ਮੇਰੀ ਤਾਂ ਇਹੀ ਮਨੋਕਾਮਨਾ ਜੀ, ਉਹਨਾਂ ਦੀ ਖਾਤਰ ਹੀ ਮੈਂ ਇਹ ਮਿਹਨਤ ਮਜ਼ਦੂਰੀ ਕਰਦਾ। ਨਹੀਂ ਤਾਂ ਅਦਰਵਾਈਜ਼ ਪੰਜਾਬ ਦੇ ਵਿੱਚ ਬਹੁਤ ਸਾਰੇ ਗੁਰਦੁਆਰਾ ਸਾਹਿਬ ਆ ਜੀ, ਮੈਂ ਜਿੱਥੇ ਮਰਜ਼ੀ ਬਹਿ ਕੇ ਰੋਟੀ ਖਾ ਸਕਦਾ ਜੀ, ਪਰ ਨਹੀਂ, ਮੈਂ ਮਿਹਨਤ ਕਰਕੇ ਆਪਣੀ ਰੋਟੀ ਕਮਾ ਕੇ ਉਹਨਾਂ ਨੂੰ ਮਿਹਨਤ ਦੀ ਕਮਾਈ ਨਾਲ ਪੜ੍ਹਾਊਂਗਾ, ਤਾਂ ਜੋ ਆਪਣੀ ਜ਼ਿੰਦਗੀ ਵਿੱਚ ਕੁਛ ਨਾ ਕੁਛ ਜ਼ਰੂਰ ਬਣ ਸਕਣ। ਸਭ ਤੋਂ ਜ਼ਿਆਦਾ ਦਿੱਕਤ, ਸਭ ਤੋਂ ਜ਼ਿਆਦਾ ਪਰੇਸ਼ਾਨੀ ਕਦੋਂ ਆਉਂਦੀ ਹੈ ਬਾਈ? ਜਦੋਂ ਬੇਬਸ ਹੋ ਕੇ ਘਰੇ ਜਾਣਾ ਪੈਂਦਾ ਔਰ ਬੱਚਿਆਂ ਨੂੰ ਫੇਸ ਕਰਨਾ ਪੈਂਦਾ, ਜਾਂ ਜਦੋਂ ਕੰਮ ਕਰ ਰਹੇ ਹੁੰਦੇ ਹੋ ਉਦੋਂ ਜ਼ਿਆਦਾ ਤਕਲੀਫ? ਸਭ ਤੋਂ ਜ਼ਿਆਦਾ ਵੱਡੀ ਪਰੇਸ਼ਾਨੀ ਉਦੋਂ ਹੁੰਦੀ ਹੈ ਜੀ ਜਦੋਂ ਆਹ ਹਾਲਾਤਾਂ ਦੇ ਵਿੱਚ ਮੇਰੇ ਬੱਚੇ ਮੈਨੂੰ ਦੇਖਦੇ ਆ ਜੀ, ਉਹਨਾਂ ਦੇ ਦਿਲ 'ਤੇ ਬਹੁਤ ਅਸਰ ਪੈਂਦਾ ਜੀ ਇਹ ਚੀਜ਼ ਦਾ, ਵੀ ਮੈਂ ਪੜ੍ਹਿਆ ਲਿਖਿਆ ਹੋ ਕੇ, ਗ੍ਰੈਜੂਏਟ ਹੋ ਕੇ, ਕੰਪਿਊਟਰ ਦੀ ਮਹਾਰਤ ਰੱਖਣ ਵਾਲਾ ਬੰਦਾ ਖੇਤਾਂ ਦੇ ਵਿੱਚ ਧੱਕੇ ਖਾਂਦਾ ਜੀ। ਇਹ ਚੀਜ਼ ਦਾ ਅਸਰ ਮੇਰੀ ਬੇਟੀ 'ਤੇ ਬਹੁਤ ਜ਼ਿਆਦਾ ਪੈਂਦਾ ਜੀ। ਬੱਚੀ ਰੋਂਦੀ ਹੈ? ਰੋਂਦੀ ਹੈ ਜੀ, ਰੋਂਦੀ ਹੈ। ਕੱਲ੍ਹ ਡਾਕਟਰ 'ਤੇ ਲੈ ਕੇ ਗਏ ਅੱਖਾਂ ਵਾਲੇ, ਤੇ ਉਹਦੀ ਨਿਗਾਹ ਵੀ ਕਮਜ਼ੋਰ ਹੋ ਗਈ ਹੈ ਜੀ, ਐਨਕ ਲੱਗ ਗਈ ਜੀ ਉਹਦੇ ਕੱਲ੍ਹ। ਤੁਸੀਂ ਰੋਵੋ ਨਾ, ਤੁਸੀਂ ਹੌਸਲਾ ਰੱਖੋ, ਹਿੰਮਤ ਰੱਖੋ। ਤੁਸੀਂ ਤਾਂ ਸਾਨੂੰ ਹਿੰਮਤ ਦੇ ਰਹੇ ਹੋ, ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਕਹਾਣੀ, ਆਪਣਾ ਸਫ਼ਰ ਸਾਡੇ ਤੱਕ ਪਹੁੰਚਾਇਆ, ਤੁਸੀਂ ਸਾਨੂੰ ਹਿੰਮਤ ਦੇ ਰਹੇ ਹੋ। ਸਾਡੇ ਹੱਥ ਪੈਰ ਸਲਾਮਤ ਨੇ, ਅਸੀਂ ਫਿਰ ਵੀ ਰੱਬ ਤੋਂ ਕਿੰਨੀਆਂ ਸ਼ਿਕਾਇਤਾਂ ਕਰਦੇ ਹਾਂ, ਤੁਸੀਂ ਫਿਰ ਵੀ ਕਹਿ ਰਹੇ ਹੋ ਕਿ ਰੱਬ ਤੋਂ ਸ਼ਿਕਾਇਤ ਨਹੀਂ ਹੈਗੀ, ਸਾਡੇ ਕਰਮਾਂ ਦਾ ਫਲ ਹੈ। ਇਸੇ ਤਰ੍ਹਾਂ ਹਿੰਮਤ, ਮਿਹਨਤ ਜਾਰੀ ਰੱਖੋ, ਹਿੰਮਤ ਰੱਖੋ, ਸਟਰੋਂਗ ਬਣੋ ਥੋੜਾ। ਬੱਚਿਆਂ ਨੂੰ ਤੁਸੀਂ ਇਸੇ ਤਰੀਕੇ ਦੇ ਨਾਲ ਦਲੇਰ ਬਣਾਉਣਾ। ਨਹੀਂ, ਜਦੋਂ ਬੱਚਿਆਂ ਦੀ ਗੱਲ ਆ ਜਾਂਦੀ ਉਦੋਂ ਮਾੜਾ ਜਿਹਾ ਦਿਲ ਭਾਵੁਕ ਹੋ ਜਾਂਦਾ। ਨਹੀਂ, ਐਡਾ ਮੈਨੂੰ ਇਹਦਾ ਕੋਈ ਨਹੀਂ ਗਾ ਜੀ, ਇਹ ਤਾਂ ਜਿੱਦੋਂ ਤੱਕ ਮੇਰੇ ਸਾਹ ਚੱਲਦੇ ਜੀ ਮੈਂ ਆਪਦੀ ਮਿਹਨਤ ਮਜ਼ਦੂਰੀ ਕਰਕੇ ਅਤੇ ਪਰਿਵਾਰ ਨੂੰ ਚਲਾਊਂਗਾ ਜੀ। ਜਦੋਂ ਤੱਕ ਮੈਂ ਚਾਹੁੰਦਾ, ਮੈਂ ਮਿਹਨਤ ਕਰਨੀ ਨਹੀਂ ਛੱਡਦਾ ਜੀ। ਤੇ ਇਹਨਾਂ ਦੀਆਂ ਮਿਹਨਤਾਂ ਤਰਲੇ ਤਾਂ ਮੈਥੋਂ ਹੋਣੇ ਨਹੀਂ ਗੇ ਜੀ, ਨਾ ਮੈਂ ਇਹਨਾਂ ਨੂੰ ਮਿਹਨਤਾਂ ਤਰਲੇ ਕਰਨੇ ਆ, ਨਾ ਇਹਨਾਂ ਮੂਹਰੇ ਮੈਂ ਆਪਦੇ ਹੱਥ ਅੱਡਣੇ ਆ। ਜਦੋਂ ਤੱਕ ਮੇਰੇ ਹੱਥ ਕਾਇਮ ਆ ਜੀ, ਮੈਂ ਮਿਹਨਤ ਮਜ਼ਦੂਰੀ ਜਿਹੋ ਜਿਹਾ ਵੀ ਕੰਮ ਮੈਨੂੰ ਮਿਲੂਗਾ, ਚਾਹੇ ਮਜ਼ਦੂਰੀ ਮਿਲੇ, ਚਾਹੇ ਕੋਈ ਲਿਖਤ ਪੜ੍ਹਨ ਦਾ ਮਿਲੇ, ਚਾਹੇ ਕੋਈ ਕੰਪਿਊਟਰ ਨਾਲ ਕਰਨ ਵਾਲਾ ਕੰਮ ਮਿਲੇ, ਮੈਂ ਉਹ ਆਪਦਾ ਕਰੂੰਗਾ ਜੀ, ਜਿਹਦੇ ਨਾਲ ਮੇਰੇ ਘਰ ਦਾ ਗੁਜ਼ਾਰਾ ਚੱਲੇ। ਤੇ ਇਹਨਾਂ ਤੋਂ ਤਾਂ ਆਸ ਮੈਂ ਰੱਖ ਨਹੀਂ ਸਕਦਾ ਜੀ, ਮੈਂ ਆਪਣੇ ਬੱਚੇ ਭੁੱਖੇ ਥੋੜ੍ਹੀ ਮਾਰਨੇ ਜੀ ਇਹਨਾਂ ਦੇ ਆਸਾਂ ਰੱਖ ਕੇ ਜੀ। ਫਿਰ ਤਾਂ ਮੈਂ ਘਰੇ ਬੈਠਾ ਰਹੂੰਗਾ, ਇਹਨਾਂ ਦੇ ਮਗਰ ਤੁਰਿਆ ਫਿਰੂੰਗਾ, ਘਰੇ ਰਾਸ਼ਨ ਵੀ ਲਿਆਉਣਾ, ਜਵਾਕ ਵੀ ਪੜ੍ਹਾਉਣੇ ਆ ਜੀ, ਲੀੜਾ ਕੱਪੜਾ ਵੀ ਲਿਆਉਣਾ, ਦੁੱਧ ਵੀ ਲਿਆਉਣਾ ਜੀ। ਫਿਰ ਮੈਂ ਇਹਨਾਂ ਮਗਰ ਆਪਦੇ ਪਰਿਵਾਰ ਥੋੜ੍ਹੀ ਚਲਾਊਂਗਾ ਜੀ। ਜੀ ਤੁਸੀਂ ਰੋਵੋ ਨਾ, ਤੁਸੀਂ ਤਾਂ ਬਹੁਤ ਅੱਜ ਉਹਨਾਂ ਔਰਤਾਂ ਲਈ ਮਿਸਾਲ ਬਣੇ ਹੋ ਜਿਨ੍ਹਾਂ ਨੇ ਥੋੜੀ ਜਿਹੀ ਮੁਸ਼ਕਲ ਦੇ ਵਿੱਚ ਆਪਣੇ ਹਮਸਫਰ ਦਾ ਸਾਥ ਛੱਡ ਦਿੱਤਾ। ਤੁਸੀਂ ਨਾਲ ਖੜੇ ਹੋ, ਤੁਸੀਂ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੇ ਹੋ ਔਰ ਪਰਿਵਾਰ ਪਾਲਦੇ ਪਏ ਹੋ। ਬਹੁਤ ਚੰਗੀ ਗੱਲ ਹੈ, ਤੁਸੀਂ ਬਹੁਤ ਸੋਹਣੀ ਸੇਧ ਦੇ ਰਹੇ ਹੋ। ਰੋਵੋ ਨਾ, ਹੌਸਲਾ ਰੱਖੋ ਥੋੜਾ। ਖੁਸ਼ਕਿਸਮਤ ਹੋ ਇਸ ਗੱਲ ਨੂੰ ਲੈ ਕੇ ਕਿ ਜਿਹੜੀ ਜੀਵਨ ਸਾਥੀ ਹੈ ਤੁਹਾਡੀ, ਤੁਹਾਡੇ ਨਾਲ ਬੈਠੀ ਹੈ, ਤੁਹਾਡੇ ਨਾਲ ਖੜੀ ਹੈ। ਹਾਂਜੀ ਹਾਂਜੀ, ਖੁਸ਼ਕਿਸਮਤ ਆ ਜੀ, ਇਹਨਾਂ ਨੇ ਮੇਰਾ ਬਹੁਤ ਜ਼ਿੰਦਗੀ ਦੇ ਵਿੱਚ ਸਾਥ ਦਿੱਤਾ। ਕਈ ਵਾਰ ਤਾਂ ਇਹੋ ਜਿਹਾ ਟਾਈਮ ਵੀ ਆ ਜਾਂਦਾ ਸੀਗਾ ਵੀ ਅਸੀਂ ਨੂਣ ਮਿਰਚਾਂ ਨਾਲ ਵੀ ਰੋਟੀ ਖਾ ਕੇ ਪੈਂਦੇ ਰਹੇ ਹਾਂ, ਤੇ ਪਰ ਇਹਨਾਂ ਨੇ ਕਿਤੇ ਸਾਡੀ ਕਿਸੇ ਰਿਸ਼ਤੇਦਾਰ ਜਾਂ ਮੇਰੇ ਕਿਸੇ ਸਹੁਰੇ ਕੋਲ ਕਿਸੇ ਕੋਲੇ ਕਿਤੇ ਨਹੀਂ ਗੱਲ ਕੀਤੀ ਵੀ ਜਾਂ ਅਸੀਂ ਘਰ 'ਚ ਤੰਗ ਆ, ਜਾਂ ਸਾਡੇ ਕੋਲੇ ਪੈਸਾ ਹੈ ਨਹੀਂ ਆ, ਜਾਂ ਜੇ ਨਾ ਅਸੀਂ ਕਦੇ ਕਿਸੇ ਤੋਂ ਕੁਝ ਮੰਗਿਆ ਜੀ। ਆਪ ਦਾ ਕਮਾ ਕੇ ਆਪ ਖਾਂਦੇ ਆ ਜੀ। ਕੋਈ ਸਾਨੂੰ ਕਹਿ ਨਹੀਂ ਸਕਦਾ ਵੀ ਅਸੀਂ ਕੋਈ ਰਿਸ਼ਤੇਦਾਰ ਸਾਡਾ ਵੀ ਸਾਡੇ ਕੋਲ ਉਹ ਕਿਤੇ ਕੁਛ ਮੰਗਣਾ ਆ। ਦਿੱਤਾ ਹੀ ਹੈ ਜੀ, ਜਿੰਨਾ ਹੋ ਸਕਿਆ ਦਿੱਤਾ ਹੀ ਆ, ਲਿਆ ਕੇ ਕਿਸੇ ਤੋਂ ਕੁਛ ਨਹੀਂ ਗਾ ਜੀ। ਪਰਮਾਤਮਾ ਬਹੁਤ ਭਾਗ ਲਾਏਗਾ, ਪਰਮਾਤਮਾ ਜ਼ਰੂਰ ਤੁਹਾਡੀ ਮਿਹਨਤ ਦਾ ਫਲ ਤੁਹਾਨੂੰ ਦੇਗਾ। ਪਰਮਾਤਮਾ ਦੇਖ ਰਿਹਾ, ਉਹਦੇ ਘਰ ਅੰਧੇਰ ਨਹੀਂ ਹੈਗਾ, ਉਹਦੇ ਘਰ ਦੇਰੀ ਜ਼ਰੂਰ ਹੋ ਸਕਦੀ ਹੈ, ਅੰਧੇਰ ਨਹੀਂ ਹੈਗਾ। ਨਹੀਂ ਜੀ, ਹੁਣ ਮੈਨੂੰ ਜਿੱਦਾਂ ਤੁਸੀਂ ਆਏ ਆ ਜੀ, ਮੇਰੇ ਨਾਲ ਮੇਰੀ ਸਹਾਇਤਾ ਕਰ ਰਹੇ ਹੋ, ਮੇਰੀ ਮਦਦ ਕਰ ਰਹੇ ਹੋ, ਹੁਣ ਮੈਨੂੰ ਵਾਹਿਗੁਰੂ 'ਤੇ ਭਰੋਸਾ ਜੀ, ਤੁਹਾਡਾ ਸਾਥ ਆ, ਤੁਸੀਂ ਮੇਰਾ ਇੰਨਾ ਸਾਥ ਦੇ ਰਹੇ ਹੋ। ਐਡੀ ਦੂਰੋਂ ਚੱਲ ਕੇ ਆਏ ਹੋ ਜੀ, ਮੇਰੇ ਬਿਨਾਂ ਬੁਲਾਏ ਤੋਂ। ਮੈਂ ਤਾਂ ਤੁਹਾਡੇ ਤੱਕ ਅਪਰੋਚ ਵੀ ਨਹੀਂ ਕੀਤੀ, ਮੈਨੂੰ ਤਾਂ ਪਤਾ ਨਹੀਂ ਵੀ ਕਿਸ ਜ਼ਰੀਏ ਪਰਮਾਤਮਾ ਦਾ ਬੰਦਾ ਮਤਲਬ ਕਿਹਦੇ ਰੂਪ ਵਿੱਚ ਆਇਆ ਜਿਹਨੇ ਮੈਨੂੰ ਤੁਹਾਡੇ ਤੱਕ ਮੇਰੀ ਪਹੁੰਚਾਈ। ਤੁਸੀਂ ਖੁਦ ਮੈਨੂੰ ਫੋਨ ਕੀਤਾ, ਤੁਸੀਂ ਆਏ, ਸਾਡਾ ਇਹ ਇੰਟਰਵਿਊ ਕੀਤੀ ਹੈ ਜੀ। ਆਸ ਕਰਦਾ ਜੇ ਮੈਂ ਜ਼ਿੰਦਗੀ ਦੇ ਵਿੱਚ ਕਿਸੇ ਕਾਬਲ ਬਣ ਗਿਆ ਜੀ, ਲੱਗ ਗਿਆ, ਰੁਜ਼ਗਾਰ ਮੈਨੂੰ ਮਿਲ ਗਿਆ, ਤੇ ਸੋਡਾ ਆਸਾਨ ਤਾਂ ਮੈਂ ਜਿਉਂਦੇ ਜੀ ਨਹੀਂ ਭੁਲਾ ਸਕਦਾ। ਏਦਾਂ ਕਹਿ ਕੇ ਸਾਨੂੰ ਸ਼ਰਮਿੰਦਾ ਨਾ ਕਰੋ, ਹੱਥ ਜੋੜੇ ਤੁਹਾਡੇ ਅੱਗੇ, ਏਦਾਂ ਸ਼ਰਮਿੰਦਾ ਨਾ ਕਰੋ।
ਸਾਡੇ ਇਸ ਮਾਧਿਅਮ ਰਾਹੀਂ ਸਰਕਾਰਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਦੀ ਹੈ। ਜੇ ਸਰਕਾਰਾਂ ਇਸ ਤੋਂ ਬਾਅਦ ਜਾਗਦੀਆਂ ਨੇ, ਜੇ ਤੁਹਾਡੀ ਕੋਈ ਮਦਦ ਹੋ ਸਕਦੀ ਹੈ ਤਾਂ ਅਸੀਂ ਪਰਮਾਤਮਾ ਦਾ ਸ਼ੁਕਰ ਕਰਾਂਗੇ ਕਿ ਸਾਨੂੰ ਜ਼ਰੀਆ ਬਣਾਇਆ। ਹਾਂਜੀ, ਮੈਂ ਵੀ ਇਹੀ ਗੱਲ ਕਹਿ ਰਿਹਾ ਜੀ। ਮੈਂ ਚੈਨਲ ਦਾ ਤੇ ਤੁਹਾਡਾ ਖਾਸ ਕਰਕੇ ਭੈਣ ਜੀ ਤੁਹਾਡਾ ਆਸਾਨ ਨਹੀਂ ਭੁਲਾ ਸਕਦਾ, ਜਿਨ੍ਹਾਂ ਨੇ ਖੁਦ ਮੇਰੇ ਤੱਕ ਅਪਰੋਚ ਕਰਕੇ ਮੈਨੂੰ ਮਤਲਬ ਨੌਕਰੀ ਦੇ ਕਾਬਲ, ਜਾਂ ਨੌਕਰੀ ਤਾਂ ਚਲੋ ਆਪਾਂ ਕਹਿ ਨਹੀਂ ਸਕਦੇ ਵੀ ਰੋਜ਼ਗਾਰ ਦਾ ਮੈਨੂੰ ਕੋਈ ਸਾਧਨ ਹੋ ਗਿਆ ਤਾਂ ਮੈਂ ਆਸਾਨ ਨਹੀਂ ਭੁਲਾ ਸਕਦਾ। ਮੇਰੇ ਬੱਚਿਆਂ ਨੂੰ ਪੜ੍ਹਾਈ ਦਾ ਵੀ ਮਤਲਬ ਬਹੁਤ ਵੱਡਾ ਉਹਨਾਂ ਨੂੰ ਮੈਂ ਪੜ੍ਹਾਉਣਾ ਚਾਹੁੰਦਾ ਜੀ। ਉਹਨਾਂ ਨੂੰ ਮੈਂ ਆਪ ਤਾਂ +2 ਪਾਸ ਆ, ਪਰ ਮੈਂ ਉਹਨਾਂ ਨੂੰ +2 ਪਾਸ ਨਹੀਂ ਰੱਖਣਾ ਚਾਹੁੰਦਾ। ਮੈਂ ਉਹਨਾਂ ਨੂੰ ਕਿਸੇ ਕਾਬਲ ਬਣਾਉਣਾ ਚਾਹੁੰਦਾ ਵੀ ਮੈਂ ਸਰਕਾਰਾਂ ਨੂੰ ਦਿਖਾਊਂਗਾ ਵੀ ਤੁਸੀਂ ਤਾਂ ਮੇਰੀ ਨਹੀਂ ਸੁਣੀ। ਮੈਂ ਆਪਦੇ ਬਲਬੂਤੇ ਤੇ ਆਪਦੀ ਮਿਹਨਤ ਦੀ ਕਮਾਈ ਕਰਕੇ ਅੱਜ ਆਪਣੇ ਬੱਚਿਆਂ ਨੂੰ ਪੈਰਾਂ ਸਿਰ ਖੜਾ ਕੀਤਾ। ਪਰਮਾਤਮਾ ਤੁਹਾਨੂੰ ਬਹੁਤ ਹਿੰਮਤ ਦੇ ਵੀਰੇ, ਪਰਮਾਤਮਾ ਬਹੁਤ ਭਾਗ ਲਾਏ ਔਰ ਬੱਚੇ ਪੜ੍ਹ ਲਿਖ ਕੇ ਉਸ ਮੁਕਾਮ ਤੇ ਪਹੁੰਚਣ ਜਿਸ ਤੇ ਸ਼ਾਇਦ ਤੁਸੀਂ ਕਦੇ ਸੋਚਿਆ ਵੀ ਨਾ ਹੋ। ਹਾਂਜੀ ਭੈਣ ਜੀ, ਹੁਣ ਤਾਂ ਇਹੀ ਆਸ ਆ ਵਾਹਿਗੁਰੂ ਅੱਗੇ ਵੀ ਮੇਰੀ ਬੇਟੀ, ਮੇਰਾ ਸਹਾਰਾ ਮੇਰੀ ਬੇਟੀ ਬਣੂਗੀ। ਇਹਨਾਂ ਤੋਂ ਮੈਨੂੰ ਕੋਈ ਆਸ ਨਹੀਂ। ਪੁੱਤਾਂ ਵਾਂਗ ਪਾਲ ਰਹੇ ਹੋ ਧੀ? ਹਾਂਜੀ, ਪੁੱਤਾਂ ਵਾਂਗੂ ਪਾਲ ਰਹੇ ਜੀ। ਮੈਨੂੰ ਮੁੰਡੇ ਤੋਂ ਕੋਈ ਆਸ ਮੁਰਾਦ ਨਹੀਂ ਜੀ। ਮੈਨੂੰ ਮੇਰੀ ਬੇਟੀ ਤੇ ਹੀ ਮੇਰੀਆਂ ਆਸਾਂ ਜੀ। ਸਾਰਾ ਜ਼ੋਰ ਮੇਰਾ ਮੇਰੀ ਆਪਣੀ ਬੇਟੀ ਦੀ ਪੜ੍ਹਾਈ 'ਤੇ ਹੀ ਲੱਗਿਆ ਵਾ ਜੀ। ਮੈਂ ਜਿੰਨਾ ਹੋ ਸਕਿਆ ਜੀ, ਭਾਵੇਂ ਮੈਨੂੰ ਕੁਛ ਵੀ ਕਰਨਾ ਪੈ ਜਾਏ ਆਪਣੀ ਬੇਟੀ ਲਈ, ਘਰ-ਬਾਰ ਤੱਕ ਵੀ ਵੇਚਣਾ ਪੈ ਜਾਏ ਤਾਂ ਮੈਂ ਉਹਨੂੰ ਪੜ੍ਹਾਊਂਗਾ ਜੀ। ਸਿਰਫ ਮੈਂ ਆਪਣੀ ਬੇਟੀ ਨੂੰ ਪੜ੍ਹਾਉਣਾ, ਉਹਨੂੰ ਇੰਨੇ ਕੁ ਕਾਬਲ ਬਣਾਉਣਾ ਵੀ ਸਾਡੇ ਜਿਹੜੇ ਆ ਦੁੱਖ ਤਕਲੀਫਾਂ ਅਸੀਂ ਭੁੱਲ ਜਾਈਏ ਜੀ। ਜਦੋਂ ਘਰੇ ਕੰਮ ਕਰਨ ਜਾਂਦੇ ਹੋ ਲੋਕਾਂ ਦੇ ਘਰੇ ਤਾਂ ਬੇਟੀ ਰੋਕਦੀ ਹੁੰਦੀ ਹੈ ਤੁਹਾਨੂੰ? ਹਾਂਜੀ, ਉਹ ਕਹਿੰਦੀ ਹੈਗੀ ਮੰਮਾ ਤੁਸੀਂ ਇਦਾਂ ਨਾ ਕਰੋ, ਕੋਈ ਨਾ ਅਸੀਂ ਆਪੇ ਪੜ੍ਹ ਲਾਂਗੇ, ਕੋਈ ਨਾ ਹੌਲੀ ਹੌਲੀ ਪੜ੍ਹੀ ਜਾਵਾਂਗੇ ਅਸੀਂ। ਕਹਿੰਦੇ ਆ ਬੱਚੇ ਤਾਂ ਕਹਿੰਦੇ ਆ ਜੀ ਤੁਸੀਂ ਥੱਕ ਜਾਓਗੇ, ਤੁਸੀਂ ਬਹੁਤ ਕਹਿੰਦੇ ਆ ਜੀ। ਇੱਥੇ 6 ਵਜੇ ਇੱਥੋਂ ਜਾਣ ਤੋਂ ਬਾਅਦ ਵੀ ਜਾਂਦੇ ਹੋ ਕੰਮ ਕਰਨ ਲੋਕਾਂ ਦੇ ਘਰ? ਨਹੀਂ ਜੀ, ਹੁਣ ਮੈਂ ਛੁੱਟੀ ਲਈ ਹੈ ਕੰਮ ਵਾਲਿਆਂ ਤੋਂ, ਹੁਣ ਮੈਂ ਇੱਥੇ ਹੀ ਕੰਮ ਕਰਦੀ ਹਾਂ। ਹਾਂਜੀ, ਉਹ ਬੱਚੇ ਰੋਕਦੇ ਨੇ ਵੀ ਲੋਕਾਂ ਦੇ ਘਰ ਜਾ ਕੇ ਭਾਂਡੇ ਨਹੀਂ ਮਾਂਜਣੇ, ਸਫਾਈ? ਹਾਂਜੀ ਰੋਕਦੇ ਆ ਬੱਚੇ। 14 ਸਾਲਾਂ ਦੀ ਕੁੜੀ ਹੈ ਜੀ, ਹੁਣ ਵੱਡੀ ਹੋ ਗਈ, ਉਹ ਰੋਕਦੀ ਹੈਗੀ, ਪਰ ਕੀ ਕਰੀਏ ਜੀ ਹੁਣ। ਤੁਸੀਂ ਬੱਚੀ ਨੂੰ ਚੰਗੀ ਸਿੱਖਿਆ ਦਿਓ। ਬਹੁਤ ਸੋਹਣੇ ਵਿਚਾਰ ਨੇ ਤੁਹਾਡੀ ਧੀ ਦੇ ਵੀ। ਉਹ ਪੜ੍ਹ ਲਿਖ ਕੇ ਪਿਤਾ ਦਾ ਨਾਮ ਰੌਸ਼ਨ ਕਰਨਾ ਚਾਹੁੰਦੀ ਔਰ ਉਹ ਚਾਹੁੰਦੀ ਹੈ ਕਿ ਪਿਤਾ ਮੇਰਾ ਜਦੋਂ ਮੈਂ ਪੜ੍ਹ ਲਿਖ ਕੇ ਕੁਝ ਬਣ ਜਾ ਤਾਂ ਘਰੇ ਬੈਠੇ ਆਰਾਮ ਕਰੇ ਤੇ ਮੈਂ ਪਿਤਾ ਨੂੰ ਰੋਟੀ ਪਾਣੀ ਦਾ ਪ੍ਰਬੰਧ ਸਾਰਾ ਮੈਂ ਕਰਾਂ, ਹੈ ਨਾ? ਹਾਂਜੀ, ਇਹੀ ਸੋਚ ਆ ਜੀ ਉਹਦੀ। ਉਹਦੇ ਦਿਲ ਦੇ ਵਿੱਚ ਵੀ ਇਹੀ ਕਹਿੰਦੀ ਵੀ ਆ ਮੈਨੂੰ ਉਹ ਵੀ ਮੈਂ ਪੜ੍ਹਦੀ ਵੀ ਆ ਜੀ। ਇਹ ਨਹੀਂ ਗੱਲ ਵੀ ਨਹੀਂ ਪੜ੍ਹਦੀ, ਪੜ੍ਹਦੀ ਵੀ ਆ। ਜਦੋਂ ਤੋਂ ਪਹਿਲੀ ਤੋਂ ਲੈ ਕੇ ਹੁਣ ਤੱਕ 8ਵੀਂ ਤੱਕ ਪਹਿਲੇ ਨੰਬਰ ਤੇ, ਪਹਿਲੇ ਡਿਵੀਜ਼ਨ ਤੇ ਆਉਂਦੀ ਰਹੀ ਆ, ਹਾਲੇ ਵੀ ਆਈ ਜਾਂਦੀ। ਹੁਣ ਕਰੋਨਾ ਕਾਰਨ ਥੋੜੀ ਜਿਹੀ ਤੁਹਾਨੂੰ ਪਤਾ ਹੀ ਆ ਪੜ੍ਹਾਈ ਦਾ ਹਾਲ ਕੀ ਆ, ਹੁਣ ਥੋੜੀ ਜਿਹੀ ਦਿੱਕਤ ਆਈ ਆ, ਪਰ ਉਹ ਵੀ ਮੈਂ ਕਿਵੇਂ ਨਾ ਕਿਵੇਂ ਕਰਕੇ ਉਹਨੂੰ ਹੁਣ ਟਿਊਸ਼ਨ ਵਗੈਰਾ ਤੇ ਲਾ ਕੇ ਉਹਨੂੰ ਜਿਹੜੇ ਸਟੈਂਡ ਤੇ ਸੀਗੀ ਮੈਂ ਉਸ ਤੇ ਹੀ ਰੱਖੂੰਗਾ। ਦੂਜਾ ਮੈਂ ਆਪ ਪੜ੍ਹਿਆ ਲਿਖਿਆ ਹੋਣ ਕਰਕੇ ਮੈਂ ਉਹਨੂੰ ਆਪ ਪੜ੍ਹਾਉਣਾ ਜੀ। ਜਿੰਨੀ ਕੁ ਮਤਲਬ ਬੈਕ ਜਾਂ ਕਮਜ਼ੋਰ ਹੁੰਦੀ ਆ ਉਹਨੇ ਕਿ ਮੈਂ ਪੜ੍ਹਾਉਣਾ ਉਹਨੂੰ, ਆਪਦੇ ਬੱਚਿਆਂ ਨੂੰ ਤਿੰਨਾਂ ਨੂੰ ਪੜ੍ਹਾਉਣਾ ਜੀ। ਹੋਰ ਵੀ ਘਰ ਦੇ ਆਸ-ਪਾਸ ਜਿਹੜੇ ਬੱਚੇ ਆ ਮੇਰਾ ਕਿਹਾ ਵਾ, ਮੇਰੀ ਵੀਡੀਓ ਵੀ ਪਾਈ ਵੀ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਆ ਮੈਂ ਫ੍ਰੀ ਆਫ ਕੋਸਟ ਜਦੋਂ ਘਰੇ ਵਿਹਲਾ ਹੁੰਦਾ ਸੀ ਉਹਨਾਂ ਨੂੰ ਪੜ੍ਹਾਉਂਦਾ ਸੀਗਾ ਜੀ। 2 ਘੰਟੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਜਿਹੜੇ ਆਸ-ਪਾਸ ਦੇ ਬੱਚੇ ਉਹਨਾਂ ਨੂੰ ਵੀ ਪੜ੍ਹਾਉਣਾ। ਇਹਨਾਂ ਨਾਲ ਮੇਰੇ ਬੱਚੇ ਵੀ ਨਾਲ ਪੜ੍ਹਦੇ ਆ ਜੀ। ਤੇ ਪੜ੍ਹਾਉਂਦੇ? ਹਾਂਜੀ, ਮੁਫ਼ਤ ਪੜ੍ਹਾਉਣਾ ਜੀ ਮੈਂ। ਇਹ ਤਾਂ ਬਈ ਤੂੰ ਤਾਂ ਰੱਬ ਹੀ ਹੈ, ਫਿਰ ਰੱਬ ਦਾ ਦੂਜਾ ਰੂਪ ਹੀ ਹੋ। ਮੇਰੀ ਵੀਡੀਓ ਵੀ ਪਾਈ ਵੀ ਆ ਜੀ, ਸਾਰਿਆਂ ਨੂੰ ਪਤਾ, ਮੇਰੇ ਆਸ-ਪਾਸ ਦੇ ਘਰਾਂ ਨੂੰ ਮੇਰਾ ਕਿਹਾ ਵਾ ਸਾਰਿਆਂ ਨੂੰ ਵੀ ਜਿਹੜਾ ਬੱਚਾ ਪੜ੍ਹਨਾ ਚਾਹੁੰਦਾ ਜਾਂ ਸਕੂਲ ਦਾ ਕੰਮ ਕਰਨਾ ਚਾਹੁੰਦਾ ਉਹ ਮੇਰੇ ਕੋਲੇ ਆ ਜਾਓ। ਮੈਂ ਤਾਂ ਵਿਹਲਾ ਹੁੰਨਾ ਘਰੇ, ਹੋਰ ਮੈਂ ਕਰਨਾ ਵੀ ਕੀ, ਇੰਨਾ ਕੁ ਤਾਂ ਮੈਂ ਕਰ ਹੀ ਸਕਦਾ ਜੀ। ਹਾੜੀ ਸੋਣੀ ਜਦੋਂ ਹੁੰਦਾ ਉਦੋਂ ਕੰਮ ਕਰਦਾ, ਨਹੀਂ ਤਾਂ ਮੈਂ ਘਰੇ ਹੀ ਹੁੰਨਾ ਜੀ। ਤੁਸੀਂ ਬਹੁਤ ਗੱਲਾਂ ਦੇ ਵਿੱਚ ਸਾਨੂੰ ਬੜੀ ਵਧੀਆ ਸਿੱਖਿਆ ਦਿੱਤੀ ਹੈ, ਬਹੁਤ ਚੰਗੀ ਸੇਧ ਦਿੱਤੀ ਹੈ ਔਰ ਅਸੀਂ ਬਾਰ-ਬਾਰ ਪਰਮਾਤਮਾ ਅੱਗੇ ਹੀ ਅਰਦਾਸ ਕਰਾਂਗੇ ਕਿ ਪਰਮਾਤਮਾ ਜ਼ਰੂਰ ਸੁਣੇ ਤੁਹਾਡੀ, ਪਰਮਾਤਮਾ ਤੁਹਾਡੀ ਧੀ ਨੂੰ ਪੜ੍ਹਾ ਲਿਖਾ ਕੇ ਚੰਗੇ ਮੁਕਾਮ ਤੱਕ ਪਹੁੰਚਾਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਚਿੰਤਾਵਾਂ ਜਿਹੜੀਆਂ ਨੇ ਉਹ ਦੂਰ ਹੋ ਜਾਣ। ਸਰਕਾਰਾਂ ਤੋਂ ਤਾਂ ਉਮੀਦ ਤੁਸੀਂ ਨਹੀਂ ਰੱਖੀ ਹੋਈ, ਠੀਕ ਹੈ, ਰੱਖਿਓ ਵੀ ਨਾ, ਬੱਚਿਆਂ ਤੇ ਉਮੀਦਾਂ ਜ਼ਰੂਰ ਰੱਖਿਓ, ਬੱਚੇ ਜ਼ਰੂਰ ਉਮੀਦਾਂ ਪੂਰੀਆਂ ਕਰਨਗੇ। ਹਾਂਜੀ, ਸਰਕਾਰਾਂ ਤੋਂ ਤਾਂ ਨਹੀਂ, ਪਹਿਲਾਂ ਤਾਂ ਉਮੀਦ ਹੈ ਨਹੀਂ ਸੀ। ਹੁਣ ਦੇਖਦੇ ਆ ਵੀ ਜਿਹੜੇ ਕਹਿੰਦੇ ਪੰਜਾਬ ਦੇ ਵਿੱਚ ਬਹੁਤ ਵੱਡਾ ਇੱਕ ਬਦਲਾਅ ਹੋਣ ਲੱਗਾ। ਜੇ ਉਹ ਬਦਲਾਅ ਸਾਡੀ ਜ਼ਿੰਦਗੀ 'ਚ ਵੀ ਆਉਂਦਾ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਜੀ। ਸਾਰੇ ਪਰਿਵਾਰ ਵੱਲੋਂ, ਸਾਰੇ ਬੱਚਿਆਂ ਵੱਲੋਂ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰੂੰਗਾ। ਜੇ ਉਹ ਮੈਨੂੰ ਕੋਈ ਮੈਂ ਜ਼ਿਆਦਾ ਨਹੀਂ, ਕੋਈ ਮੈਨੂੰ ਤਾਂ ਕੰਟਰੈਕਟ ਬੇਸ ਤੇ DC ਰੇਟ ਤੇ ਕਿਤੇ ਲਾ ਦੇਣਾ ਸੀ ਤਾਂ ਕੋਈ ਜ਼ਿਆਦਾ ਮੈਂ ਇਹ ਵੀ ਨਹੀਂ ਕਹਿੰਦਾ ਵੀ ਮੈਨੂੰ ਕੰਪਿਊਟਰ ਆਪਰੇਟਰ ਹੀ ਲਾਉਣ ਜਾਂ ਇਹ ਲਾਉਣ। ਸਾਨੂੰ ਤਾਂ ਸਫਾਈ ਦਾ ਕੰਮ ਦੇ ਦੇਣ, ਅਸੀਂ ਦੋਨੇ ਜੀ ਕਰਕੇ ਸਫਾਈ ਕਰ ਲਾਂਗੇ। ਸਾਨੂੰ ਤਾਂ ਕੋਈ ਜ਼ਿਆਦਾ 7-8 ਹਜ਼ਾਰ ਰੁਪਏ ਨਾਲ ਸਾਡਾ ਗੁਜ਼ਾਰਾ ਹੋ ਜਾਂਦਾ ਵਧੀਆ ਜੀ। ਬੱਚੇ ਸਰਕਾਰੀ ਸਕੂਲ 'ਚ ਪੜ੍ਹਦੇ, ਕੋਈ ਐਡਾ ਉਹਨਾਂ ਪੜ੍ਹਾਈ ਦਾ ਵੀ ਖਰਚਾ ਹੈ ਨਹੀਂ ਗਾ ਜੀ। ਕੋਈ ਵੱਡੀ ਨੌਕਰੀ ਦੀ ਮੰਗ ਨਹੀਂ ਕਰਦੇ, ਸਿਰਫ ਪਰਿਵਾਰ ਦੇ ਗੁਜ਼ਾਰੇ ਜੋਗੀ ਸਾਨੂੰ ਨੌਕਰੀ ਦੇ ਦੇਣ, ਪ੍ਰਾਈਵੇਟ ਹੀ ਦੇ ਦੇਣੀ ਜੀ, ਅਸੀਂ ਗੁਜ਼ਾਰਾ ਕਰ ਲਾਂਗੇ। ਸਾਨੂੰ ਪੱਕੇ ਜਾਂ ਕੋਈ ਨਹੀਂ ਹੈਗਾ ਜੀ ਇੱਦਾਂ। ਜੇ ਸਾਡੇ ਮਾਧਿਅਮ ਰਾਹੀਂ ਸਰਕਾਰਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਦੀ ਹੈ, ਪੂਰੀ ਕੋਸ਼ਿਸ਼ ਅਸੀਂ ਕਰਾਂਗੇ। ਧੰਨਵਾਦ ਜੀ ਤੁਹਾਡਾ, ਚੈਨਲ ਦਾ ਡੇਲੀ ਪੋਸਟ ਪੰਜਾਬੀ ਦਾ ਜੀ, ਮੈਂ ਬਹੁਤ ਧੰਨਵਾਦੀ ਹਾਂ ਜੀ। ਬਹੁਤ ਵਧੀਆ ਤਰੀਕੇ ਨਾਲ ਤੁਸੀਂ ਮੇਰੇ ਤੱਕ ਅਪਰੋਚ ਕੀਤੀ, ਮੇਰੀ ਆਵਾਜ਼ ਨੂੰ ਉੱਪਰ ਚੁੱਕਿਆ। ਜੇ ਸਰਕਾਰ ਦੇ ਕੰਨਾਂ ਤੱਕ ਪੈ ਗਈ ਤਾਂ
ਤੁਸੀਂ ਸਾਰੇ ਮੇਰੇ ਲਈ ਰੱਬ ਦਾ ਰੂਪ ਹੀ ਆ ਜੀ, ਮੈਂ ਤਾਂ ਤੁਹਾਡਾ ਆਸਾਨ ਨਹੀਂ ਭੁਲਾ ਸਕਦਾ ਜੀ। ਇਸ ਰੱਬ ਰੂਪੀ ਬੰਦੇ ਦੀ ਗੁਹਾਰ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਕੇ ਸਰਕਾਰਾਂ ਤੱਕ ਜ਼ਰੂਰ ਪਹੁੰਚਾਇਓ। ਔਰ ਜਿਹੜੀ ਵੀ ਪਾਰਟੀ ਹੁਣ ਸੱਤਾ ਦੇ ਵਿੱਚ ਆਉਣ ਵਾਲੀ ਹੈ, ਪੰਜਾਬ ਦੀ ਕਮਾਨ ਜਿਹੜੀ ਅਗਲੇ 5 ਸਾਲਾਂ ਦੇ ਲਈ ਜਿਸ ਦੇ ਵੀ ਹੱਥਾਂ ਦੇ ਵਿੱਚ ਆਉਣ ਵਾਲੀ ਹੈ ਜਾਂ ਜਿਸ ਦੇ ਵੀ ਸਿਰ ਤੇ ਤਾਜ ਸਜਣ ਵਾਲਾ ਹੈ, ਉਸ ਤੱਕ ਇਹ ਵੀਡੀਓ ਜ਼ਰੂਰ ਪਹੁੰਚ ਜਾਏ। ਔਰ ਆਉਣ ਵਾਲੇ 5 ਸਾਲ ਪੰਜਾਬ ਦੇ ਵਿੱਚ ਇੱਕ ਵੱਡਾ ਬਦਲਾਵ ਹੋਣਾ ਹੈ, ਇਹੀ ਲਗਾਤਾਰ ਅਸੀਂ ਸੁਣ ਰਹੇ ਹਾਂ। ਔਰ ਇਸ ਨੂੰ ਅਸੀਂ ਉਦੋਂ ਹੀ ਸੱਚ ਮੰਨਾਂਗੇ ਜਦੋਂ ਅਜਿਹੇ ਲੋਕਾਂ ਦੀ, ਅਜਿਹੇ ਪਰਿਵਾਰਾਂ ਦੀ ਸੁਣੀ ਜਾਏਗੀ, ਮਦਦ ਹੋਏਗੀ, ਇਹਨਾਂ ਨੂੰ ਇਹਨਾਂ ਦਾ ਬਣਦਾ ਹੱਕ, ਬਣਦਾ ਮਾਣ ਸਨਮਾਨ ਇਸ ਸਮਾਜ ਦੇ ਵਿੱਚ ਮਿਲੇਗਾ। ਕੈਮਰਾਮੈਨ ਹਰਦੀਪ ਸਿੰਘ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ।